ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੋਭ ਮਤ ਪਰਕਾਸਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਸਤਿਗੁਰ ਸਚਮਿਤ ਸਮਚਿਤ, ਪ੍ਰਭੂ ਬੈਠੇ ਬੀਚ ਸੁਹਾਏ। ਮੁਖ ਪ੍ਰਸੰਨ ਸਮ ਚੰਦਰ ਕੋ, ਉਡਗਨ ਸਿੱਖ ਸਮੁਦਾਏ। ਸ੍ਰੀ ਸਤਿਗੁਰ ਸਮਚਿਤ, ਪ੍ਰਭੂ ਬੈਠੇ ਬੀਚ ਸੁਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਖਾਲਸਾ ਪੰਥ, ਨਿਰਮਲ ਪੰਥ ਜੋ ਮੇਰੇ ਸਤਿਗੁਰੂ ਜੀ ਨੇ ਪ੍ਰਚਲਿਤ ਕੀਤਾ ਹੈ, ਆਪ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ। ਭਾਵੇਂ ਕੋਈ ਰਿੱਧੀਆਂ ਸਿੱਧੀਆਂ ਦੇ ਮਾਲਕ ਸਿੱਧ ਲੋਕ ਸਨ, ਭਾਵੇਂ ਕੋਈ ਔਲੀਏ ਪੀਰ ਆਦਿਕ ਲੋਕ ਸਨ, ਮੇਰੇ ਸਤਿਗੁਰਾਂ ਨੇ ਸਭਨਾਂ ਦੇ ਨਾਲ ਵਿਚਾਰ ਕਰਕੇ ਗੁਰਸਿੱਖੀ ਦਾ ਉੱਚਾ ਸੁੱਚਾ ਮਾਰਗ ਸਭ ਨੂੰ ਮੇਰੇ ਸਤਿਗੁਰੂ ਨੇ ਦਰਸਾਇਆ। ਆਪ ਜੀ ਕਰਤਾਰਪੁਰ ਸਾਹਿਬ ਵਿਖੇ ਸੋਭਨੀਕ ਹੋਏ ਹਨ ਅਤੇ ਸੱਚਖੰਡ ਜਾਣ ਦੀ ਤਿਆਰੀ ਕੀਤੀ ਹੈ। ਸਭ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮਹਾਨ ਸੰਗਤਾਂ ਜੁੜੀਆਂ ਨੇ, ਭਾਰੀ ਇਕੱਠ ਜੁੜਿਆ ਹੋਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਧਰਮਸਾਲ ਵਿੱਚ ਬੈਠੇ ਹਨ ਅਤੇ ਹੁਕਮ ਕਰ ਦਿੱਤਾ ਹੈ ਕਿ ਭਾਈ ਸਾਡਾ ਸੋ ਤਿਆਰਾ ਕਰੋ ਸੱਚਖੰਡ ਜਾਣ ਦਾ। ਜਿਸ ਅਸਥਾਨ ਤੇ ਮਹਾਰਾਜ ਨੇ ਹੁਕਮ ਕੀਤਾ ਸੀ, 8 ਬਿਘੇ ਦੇ ਸਥਾਨ ਵਿੱਚ ਭਾਈ ਸਧਾਰਨ ਜੀ ਨੂੰ ਹੁਕਮ ਕੀਤਾ ਸੀ, ਭਾਈ ਕੋਈ ਕੁਛ ਵੀ ਕਹੇ, ਤੁਸੀਂ ਇਸ ਸਥਾਨ ਤੇ ਸਾਡੀ ਚਿਖਾ ਤਿਆਰ ਕਰਨੀ ਹੈ। ਹੁਕਮ ਹੋਇਆ, ਚਿਖਾ ਤਿਆਰ ਹੋਈ ਹੈ। ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਧਰਮਸਾਲ ਦੇ ਵਿੱਚੋਂ ਚੱਲ ਪਏ ਹਨ। ਤਾਂ ਜਿਸ ਵੇਲੇ ਸਭ ਸੰਗਤਾਂ ਦੀ ਵਹੀਰ ਗੁਰੂ ਸਾਹਿਬ ਦੇ ਨਾਲ ਤੁਰੀ ਹੈ, ਮਾਤਾ ਸੁਲੱਖਣੀ ਜੀ ਤੋਂ ਚੱਲ ਕੇ ਆਏ ਹਨ।
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤੇ ਹਜੂਰ ਦੇ ਚਰਨਾਂ ਦੇ ਵਿੱਚ ਮਹਾਰਾਜ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਕਿਰਪਾ ਕਰੋ। ਸੋ ਇਸ ਪ੍ਰਕਾਰ ਸਾਹਿਬਜ਼ਾਦਿਆਂ ਨੂੰ ਦਰਸ਼ਨ ਦਿਓ ਮਹਾਰਾਜ ਕਿ ਉਹ ਤੋਂ ਪਹਿਲਾਂ 2 ਵਾਰ ਬੁਲਾਏ, ਤੁਸੀਂ ਆਏ ਨਹੀਂ। ਮਾਤਾ ਜੀ ਨੇ ਭਾਈ ਸਧਾਰਨ ਜੀ ਨੂੰ ਭੇਜਿਆ ਕਿ ਸਤਿਗੁਰੂ ਪਾਤਸ਼ਾਹ ਸੱਚਮੁੱਚ ਹੀ ਸੱਚਖੰਡ ਚੱਲੇ ਨੇ, ਤੁਸੀਂ ਆਣ ਕੇ ਦਰਸ਼ਨ ਕਰ ਲਓ, ਬਾਅਦ ਵਿੱਚ ਤੁਸੀਂ ਪਛਤਾਓਗੇ। ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਜਿਸ ਵੇਲੇ ਮਾਤਾ ਜੀ ਨੇ ਸੰਦੇਸ਼ਾ ਭੇਜਿਆ, ਸਾਹਿਬਜ਼ਾਦੇ ਬਾਕੀ ਵਿਚਾਰਾਂ ਛੱਡ ਕਰਕੇ ਉੱਠ ਕੇ ਤੁਰੇ ਨੇ ਦਰਸ਼ਨ ਕਰਨ ਵਾਸਤੇ। ਸਤਿਗੁਰੂ ਜੀ ਜਾ ਕਰਕੇ ਆਪਣੀ ਚਿਖਾ ਦੇ ਸਥਾਨ ਤੇ ਬਿਰਾਜਮਾਨ ਹੋ ਗਏ ਹਨ। ਸੰਗਤਾਂ 4 ਚੁਫੇਰੇ ਜੁੜੀਆਂ ਬੈਠੀਆਂ ਨੇ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੋ ਆਪ ਸਰੀਰ ਦਾ ਚੋਲਾ ਤਿਆਗ ਕਰਕੇ ਆਪ ਜੀ ਜਿਸ ਵੇਲੇ ਆਪਣੇ ਪ੍ਰਾਣ ਅਲੱਗ ਕੀਤੇ ਹਨ ਤਾਂ ਭਾਈ ਸਾਹਿਬ ਨੇ ਜ਼ਿਕਰ ਕੀਤਾ ਕਿ ਬਹੁਤ ਸੁੰਦਰ ਵਿਵਾਨ ਆਕਾਸ਼ ਮੰਡਲ ਦੇ ਵਿੱਚੋਂ ਆਇਆ ਹੈ। ਸਤਿਗੁਰੂ ਦੇ ਚਰਨਾਂ ਵਿੱਚ ਜੋ ਦੇਵੀਆਂ ਦੇਵਤੇ ਹਨ ਸਤਿਕਾਰ ਵਾਸਤੇ ਸਭ ਹਾਜ਼ਰ ਹੋਏ ਨੇ। ਜੋ ਵੀ ਇਸ ਪ੍ਰਕਾਰ ਸ਼ਰਧਾਲੂ ਲੋਕ ਸਨ, ਸਿੱਧ ਪੀਰ ਆਦਿਕ ਅਤੇ ਹੋਰ ਇਸਲਾਮ ਧਰਮ ਦੇ ਮੁਸਲਮਾਨ ਲੋਕ ਗੁਰੂ ਦੇ ਸ਼ਰਧਾਲੂ ਜਿਹੜੇ ਸਨ ਸਭ ਜੁੜੇ ਹੋਏ ਨੇ। ਤਾਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਇਸ ਤਰੀਕੇ ਦੇ ਨਾਲ ਜਿਸ ਵੇਲੇ ਕੌਤਕ ਵਰਤਾਇਆ ਹੈ, ਉਧਰੋਂ ਜੋ ਸ੍ਰੀ ਚੰਦ ਤੇ ਲਖਮੀ ਦਾਸ ਜੀ ਚੱਲ ਕੇ ਆਏ ਹਨ। ਸੰਗਤਾਂ ਦੀ ਭਾਰੀ ਭੀੜ ਸੀ। ਸਤਿਗੁਰਾਂ ਤੱਕ ਪਹੁੰਚਣ ਵਾਸਤੇ ਕਾਫੀ ਸਮਾਂ ਲੱਗਾ। ਭੀੜ ਵਿੱਚ ਦੀ ਬੜੀ ਮੁਸ਼ਕਲ ਦੇ ਨਾਲ ਜਾ ਕੇ ਸਤਿਗੁਰੂ ਦੇ ਚਰਨਾਂ ਦੇ ਕੋਲ ਜਦੋਂ ਗਏ ਨੇ ਤਾਂ ਮਾਤਾ ਜੀ ਨੇ ਕਿਹਾ, ਦੇਖੋ ਤੁਹਾਨੂੰ 2 ਵਾਰ ਪਹਿਲਾਂ ਬੁਲਾਇਆ, ਤੁਸੀਂ ਆਏ ਨਹੀਂ, ਤੇ ਹੁਣ ਦੇਖ ਲਓ ਪਛਤਾਉਂਦੇ ਰਹੋਗੇ ਸਾਰੀ ਉਮਰ ਕਿ ਸਾਹਿਬ ਸਤਿਗੁਰਾਂ ਦੇ ਦਰਸ਼ਨ ਨਹੀਂ ਤੁਸੀਂ ਕਰ ਸਕੇ। ਦੋਨਾਂ ਸਾਹਿਬਜ਼ਾਦਿਆਂ ਨੇ ਗੁਰੂ ਦੇ ਚਰਨਾਂ 'ਚ ਖੜੋ ਕੇ ਫਿਰ ਅਰਦਾਸ ਕੀਤੀ ਕਿ ਇਹ ਮਹਾਰਾਜ ਕਰਤਾਰ ਦਾ ਰੱਬ ਦਾ ਵਾਸਤਾ ਹੈ, 2 ਘੜੀਆਂ ਸਾਨੂੰ ਦਰਸ਼ਨ ਦਿਓ ਤੇ ਮਹਾਰਾਜ ਸਾਡੇ ਨਾਲ ਬਚਨ ਮਿਲਾਸ ਕਰੋ ਜਿਵੇਂ ਪਹਿਲਾਂ ਕਰਦੇ ਸੀ ਸੰਗਤਾਂ ਦੇ ਨਾਲ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਉੱਠ ਕੇ ਬੈਠੇ ਹਨ ਤੇ ਹਜੂਰ ਨੇ ਹੁਕਮ ਕੀਤਾ ਕਿ ਲੰਬੀ ਉਮਰ ਮੰਗ ਲੈਂਦੇ ਉਹ ਵੀ ਮਿਲ ਜਾਣੀ ਸੀ, ਪਰ ਕਰਤਾਰ ਦੇ ਵੱਸ ਹੈ। 2 ਘੜੀਆਂ ਦਾ ਸਮਾਂ ਤੁਸੀਂ ਮੰਗਿਆ, ਹੁਣ 2 ਘੜੀਆਂ ਵਾਸਤੇ ਭਾਈ ਤੁਸੀਂ ਜੋ ਬਚਨ ਵਿਲਾਸ ਹੈ ਦੱਸੋ ਕੀ ਚਾਹੁੰਦੇ ਹੋ। ਤਾਂ ਸ੍ਰੀ ਚੰਦ ਨੇ ਬੇਨਤੀ ਕੀਤੀ ਹੈ ਕਿ ਗਰੀਬ ਨਵਾਜ ਪਾਤਸ਼ਾਹ ਜੋ ਪਿਤਾ ਦੀ ਵਸਤੂ ਹੈ ਉਸ ਦੇ ਅਧਿਕਾਰੀ ਪੁੱਤਰ ਹੁੰਦੇ ਹਨ, ਤੇ ਤੁਸਾਂ ਨੇ ਮਹਾਰਾਜ ਜੋ ਬਖਸ਼ਿਸ਼ ਹੈ ਉਹ ਗੁਰੂ ਅੰਗਦ ਦੇਵ ਸਾਹਿਬ ਨੂੰ ਬਖਸ਼ਿਸ਼ ਕਰ ਦਿੱਤੀ ਹੈ, ਤੇ ਮਹਾਰਾਜ ਸਾਡਾ ਕੀ ਬਣੇਗਾ। ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤਾ ਕਿ ਭਾਈ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਤਾਂ ਜਿਹੜੇ ਕੂਕਰ ਕੁੱਤੇ ਹਨ ਉਹਨਾਂ ਜੀ ਵੀ ਕਰਮ ਮਾਤਾ ਨੇ, ਉਹਨਾਂ ਦਾ ਵੀ ਸਤਿਕਾਰ ਹੁੰਦਾ। ਤੁਸੀਂ ਤੇ ਸਾਡੇ ਸੁਪੁੱਤਰ ਹੋ, ਤੁਹਾਡਾ ਵੀ ਸਤਿਕਾਰ ਹੋਵੇਗਾ, ਰਿੱਧੀਆਂ ਸਿੱਧੀਆਂ ਤੁਹਾਡੇ ਕੋਲ ਹੋਣਗੀਆਂ। ਪਰ ਜੋ ਸ਼ਬਦ ਦੀ ਦਾਤ ਸੀ ਉਹ ਲਹਿਣਾ ਜੀ ਨੂੰ ਅਸੀਂ ਬਖਸ਼ ਕਰਕੇ ਗੁਰੂ ਅੰਗਦ ਦੇਵ ਸਾਹਿਬ ਥਾਪ ਦਿੱਤਾ ਹੈ, ਤੇ ਉਹਨਾਂ ਨੇ ਸਾਡੀ ਆਗਿਆ ਦਾ ਪਾਲਣ ਕੀਤਾ ਹੈ। ਜਿਵੇਂ ਜਿਵੇਂ ਅਸੀਂ ਹੁਕਮ ਕੀਤਾ ਹਰ ਵੇਲੇ ਉਹਨਾਂ ਨੇ ਮੰਨਿਆ ਹੈ, ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਪਰਖਾਂ ਕੀਤੀਆਂ ਨੇ। ਉਹ ਪਰਖਾਂ ਵਿੱਚ ਪੂਰੇ ਸਿਦਕ ਵਿੱਚ ਰਹੇ ਨੇ। ਇਸ ਵਾਸਤੇ ਸ਼ਬਦ ਦੀ ਵਡਿਆਈ ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕੋਲ ਹੈ, ਰਿੱਧੀਆਂ ਸਿੱਧੀਆਂ ਤੁਹਾਡੇ ਕੋਲ ਵੀ ਹੋਣਗੀਆਂ। ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੰਤਮ ਸਮੇਂ ਤੇ ਇਸ ਤਰ੍ਹਾਂ ਬੈਠੇ ਨੇ, ਸੰਗਤਾਂ ਜੁੜੀਆਂ ਬੈਠੀਆਂ ਹਨ। ਜਿਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਚਨ ਵਿਲਾਸ ਕਰਦੇ ਹਨ, ਸਾਨੂੰ ਸ਼ੁਭ ਉਪਦੇਸ਼ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਸਿਮਰਨ ਦਾ ਬਖਸ਼ਿਸ਼ ਕਰਦੇ ਹਨ। ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸ੍ਰੀ ਸਤਿਗੁਰ ਸਮਚਿਤ ਪ੍ਰਭੂ। ਧੰਨ ਸਾਹਿਬ ਗੁਰੂ ਨਾਨਕ ਮਹਾਰਾਜ ਸਮਾਨ ਚਿੱਤ ਹਨ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਿਸੇ ਕਿਸਮ ਦਾ ਵੀ ਕੋਈ ਫਰਕ ਨਹੀਂ ਹੈ। ਜਦੋਂ ਮਹਾਰਾਜ ਪਹਿਲਾਂ ਵੀ ਸੰਗਤਾਂ 'ਚ ਬੈਠ ਕਰਕੇ ਬਖਸ਼ਿਸ਼ਾਂ ਕਰਦੇ ਸਨ, ਹੁਣ ਸੱਚਖੰਡ ਜਾਣ ਸਮੇਂ ਕੋਈ ਚਿੰਤਾ ਫਿਕਰ ਨਹੀਂ ਹੈ। ਸਮਚਿੱਤ ਬਰਾਬਰ ਚਿੱਤ ਬੈਠੇ ਹਨ। ਬੈਠੇ ਬੀਚ ਸੁਹਾਏ। ਸੰਗਤਾਂ ਵਿੱਚ ਬੈਠੇ ਹੋਏ ਸੋਭਾ ਪਾਉਂਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਮੁਖ ਪ੍ਰਸੰਨ ਸਮ ਚੰਦਰ ਕੋ। ਮੇਰੇ ਸਤਿਗੁਰੂ ਜੀ ਦਾ ਮੁਖੜਾ ਚੰਦਰਮਾ ਸਰੀਖਾ ਸੋਹਣਾ, ਸੋ ਬੜਾ ਪ੍ਰਸੰਨ ਖੁਸ਼ ਹੈ। ਉਡਗਨ ਸਿੱਖ ਸਮੁਦਾਏ। ਤਾਰਿਆਂ ਦੀ ਨਿਆਈ ਸਾਰੇ ਸਿੱਖ ਗੁਰੂ ਸਾਹਿਬ ਦੇ 4 ਚੁਫੇਰੇ ਜਿਵੇਂ ਚੰਦਰਮਾ ਦੁਆਲੇ ਤਾਰੇ ਹੁੰਦੇ, ਇਹ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹਨ। ਚਉਪਈ ਦਿਪਤ ਤੇਜ ਮੁਖ ਕਾਂਤ ਵਿਸਾਲੀ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੇ ਬੜੀ ਭਾਰੀ ਕਾਂਤ ਸੋਭਾ ਜਿਹੜੀ ਹੈ ਸੋ ਦਮਕ ਰਹੀ ਹੈ। ਬਾਲ ਅੰਸ ਮਾਲੀ ਜੁਤ ਲਾਲੀ। ਇਸ ਤਰ੍ਹਾਂ ਦੇ ਨਾਲ ਲਾਲੀ ਗੁਰੂ ਸਾਹਿਬ ਦੇ ਚਿਹਰੇ ਤੇ ਹੈ, ਜਿਸ ਤਰ੍ਹਾਂ ਚੜ੍ਹਦਾ ਸੂਰਜ ਜਿਹੜਾ ਉਹਦੀ ਲਾਲੀ ਹੁੰਦੀ ਹੈ। ਗਿਆਨ ਕਿਰਨ ਤੇ ਰਹਿਓ ਪ੍ਰਕਾਸ਼ੇ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਚਿਹਰਾ ਇਸ ਤਰ੍ਹਾਂ ਚੜ੍ਹਦੇ ਸੂਰਜ ਦੀ ਨਿਆਈ ਹੈ।
ਗਿਆਨ ਰੂਪ ਕਿਰਨਾਂ ਦਾ ਮਹਾਰਾਜ ਜੀ ਪ੍ਰਕਾਸ਼ ਕਰਦੇ ਹਨ। ਸੇਵਕ ਰਿਦ ਅਰਬਿੰਦ ਬਿਗਾਸੇ, ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਸਿੱਖ ਸੇਵਕ ਜਿਹੜੇ ਨੇ ਕਮਲਾਂ ਦੀ ਨਿਆਈ ਖੜੇ ਹਨ। ਭਰੇ ਕਿਰਪਾ ਰਸ ਨੈਣ ਰਸੀਲੇ, ਸੋਹਣੇ ਸੁੰਦਰ ਸਤਿਗੁਰਾਂ ਦੇ ਨੇਤਰ ਜਿਹੜੇ ਨੇ ਕਿਰਪਾ ਦੇ ਭਰੇ ਹਨ। ਹਿਤ ਉਪਕਾਰ ਸੁਸ਼ੀਲ ਛਬੀਲੇ, ਮੇਰੇ ਸਤਿਗੁਰੂ ਜੀ ਦੇ ਬੜੇ ਸੁੰਦਰ ਹਨ ਜੋ ਪਰਉਪਕਾਰ ਵਾਸਤੇ ਬਖਸ਼ਿਸ਼ਾਂ ਕਰਦੇ ਹਨ। ਸਤਿਗੁਰੂ ਜੀ ਸਭ ਦਿਸ ਦੇਖਤ ਕਰਤ ਕਿਰਤਾਰਥ, ਧੰਨ ਮੇਰੇ ਗੁਰੂ ਨਾਨਕ ਸਾਹਿਬ ਚਾਰ ਚੁਫੇਰੇ ਨਿਗਾਹ ਮਾਰਦੇ ਹਨ, ਸਭਨਾਂ ਦੇ ਤਾਈਂ ਬਖਸ਼ਿਸ਼ਾਂ ਕਰਦੇ ਹਨ। ਦਰਸਹਿ ਬ੍ਰਿੰਦ ਪਾਏ ਪਰਮਾਰਥ, ਤੋ ਜਿਤਨੇ ਵੀ ਮਹਾਨ ਲੋਕ ਦਰਸ਼ਨ ਕਰ ਰਹੇ ਨੇ ਸਭ ਨੂੰ ਪਰਮਾਰਥ ਦੀ ਪ੍ਰਾਪਤੀ, ਗਿਆਨ ਦੀ ਪ੍ਰਾਪਤੀ ਹੋ ਰਹੀ ਹੈ। ਤਿਸ ਖਿਨ ਬੁੱਢੇ ਦਵੈ ਕਰ ਜੋੜੇ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੇ ਪਰਮ ਸਿੱਖ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਜੀ ਨੂੰ। ਦ੍ਰਿਸ਼ਟ ਲਾਏ ਪਦ ਪੰਕਜ ਓਰੇ, ਸਤਿਗੁਰੂ ਦੇ ਚਰਨਾਂ ਕਮਲਾਂ ਵਿੱਚ ਧਿਆਨ ਜੋੜ ਕੇ ਬੇਨਤੀ ਕੀਤੀ ਹੈ। ਗੁਰ ਜੀ ਬਚ ਸੁਨਬੇ ਕਹਿ ਅਰਜੀ, ਇਹ ਮਹਾਰਾਜ ਸਤਿਗੁਰੂ ਜੀ ਬੇਨਤੀ ਕਰਦੇ ਹਾਂ, ਤੁਹਾਡੇ ਬਚਨ ਸੁਣਨ ਵਾਸਤੇ ਬੇਨਤੀ ਹੈ। ਸ੍ਰੀ ਗੁਰ ਜੀ ਸਭ ਸਿੱਖਨ ਮਰਜੀ, ਮਹਾਰਾਜ ਸ਼੍ਰੋਮਣੀ ਸਤਿਗੁਰੂ ਜੀਓ ਸਾਰੇ ਸਿੱਖਾਂ ਦੀ ਹੁਣ ਇਸ ਵੇਲੇ ਮਰਜ਼ੀ ਹੈ, ਕਿਰਪਾ ਕਰੋ। ਉਤਮ ਵਾਹਿਗੁਰੂ ਸਤਨਾਮ, ਤੁਸਾਂ ਨੇ ਮਹਾਰਾਜ ਸਭ ਤੋਂ ਸ੍ਰੇਸ਼ਟ ਜੋ ਸਤਨਾਮ ਵਾਹਿਗੁਰੂ ਦੇ ਮੰਤਰ ਬਖਸ਼ਿਸ਼ ਕੀਤਾ, ਦਾਤ ਬਖਸ਼ੀ ਹੈ। ਉਪਦੇਸਿਓ ਸੰਗਤ ਨਰ ਬਾਮ, ਸੋ ਭਾਈ ਇਸਤਰੀਆਂ ਪੁਰਸ਼ਾਂ ਨੂੰ ਸਭ ਨੂੰ ਤੁਸਾਂ ਨੇ ਉਪਦੇਸ਼ ਕੀਤਾ ਹੈ। ਭਾਈ ਗੁਰ ਮੰਤਰ ਵਾਹਿਗੁਰੂ ਮੰਤਰ ਹੈ, ਸਤਨਾਮ ਤੋਂ ਭਾਵ ਮੂਲ ਮੰਤਰ ਹੈ ਜੋ ਵਾਹਿਗੁਰੂ ਪਰਮੇਸ਼ਵਰ ਨਾਮ ਤੁਸਾਂ ਬਖਸ਼ਿਸ਼ ਕੀਤਾ ਹੈ। ਸਿਮਰਨ ਨਾਮ ਕਰਹਿ ਅਠ ਜਾਮ, ਤੇ ਹੁਕਮ ਹੈ ਤੁਹਾਡਾ ਕਿ ਅਠੇ ਪਹਿਰ ਤੁਸੀਂ ਇਸ ਵਾਹਿਗੁਰੂ ਜੀ ਦਾ ਸਿਮਰਨ ਕਰੋ। ਪਦ ਅਬ ਰਾਮ ਦੇਤ ਸੁਖ ਧਾਮ, ਤੋ ਮਹਾਰਾਜ ਸੁੰਦਰ ਆਪ ਜੀ ਦੇ ਚਰਨ ਕਮਲਾਂ ਦੇ ਸਦਕੇ ਅਬਰਾਮ ਸੁੰਦਰ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਮੁਖ ਤੇ ਇਸ ਅਰਥ ਜਥਾਰਥ, ਇਹ ਮਹਾਰਾਜ ਆਪਣੇ ਸ਼੍ਰੋਮਣੀ ਮੁਖ ਤੋਂ ਜੋ ਯਥਾਰਥ ਸਹੀ ਅਰਥ ਹਨ ਵਾਹਿਗੁਰੂ ਮੰਤਰ ਜੀ ਦੇ। ਸੇਵਕ ਸੁਨਹਿ ਸੋ ਹੋਹਿ ਕਿਰਤਾਰਥ, ਜਦੋਂ ਆਪ ਜੀ ਦੇ ਸਿੱਖ ਸੇਵਕ ਸਾਰੇ ਸਰਵਣ ਕਰਨਗੇ ਤੁਹਾਡੇ ਮੁਖ ਤੋਂ ਕਿ ਜੋ ਵਾਹਿਗੁਰੂ ਮੰਤਰ ਜਪਣਾ ਹੈ ਇਹਦਾ ਅਰਥ ਕੀ ਹੈ, ਤੁਹਾਡੇ ਮੁਖ ਤੋਂ ਸਰਵਣ ਕਰਕੇ ਮਹਾਰਾਜ ਸਾਰੇ ਸਿੱਖ ਸੰਗਤਾਂ ਸਫਲੀਆਂ ਹੋਣਗੀਆਂ। ਅੰਤ ਸਮੇਂ ਕੋ ਦਰਸ ਤੁਮਾਰਾ, ਆਪ ਜੀ ਦਾ ਅੰਤਮ ਸਮੇਂ ਦਾ ਇਹ ਸਾਨੂੰ ਦਰਸ਼ਨ ਹੀ ਹੋਵੇਗਾ। ਜੋ ਵਾਹਿਗੁਰੂ ਮੰਤਰ ਵਿੱਚ ਸਾਡੀ ਸ਼ਰਧਾ ਪ੍ਰਪੱਕ ਕਰਨ ਵਾਸਤੇ ਇਸ ਦੇ ਅਰਥ ਸਮਝਾਓ। ਤਥਾ ਬਚਨ ਕੋ ਅਬਹਿ ਵਿਚਾਰਾ, ਤੋ ਮਹਾਰਾਜ ਇਸ ਵਾਸਤੇ ਆਪ ਜੀ ਦੇ ਇਸ ਬਚਨ ਦੀ ਵਿਚਾਰ ਕੀਤੀ ਹੈ। ਜਾਂ ਤੇ ਸਭਨ ਕੇ ਮਨ ਚਾਹੂ, ਸਾਰਿਆਂ ਦੇ ਮਨ ਵਿੱਚ ਇਹ ਮਹਾਰਾਜ ਇੱਛਾ ਹੈ, ਹੁਣ ਕਿਰਪਾ ਕਰੋ। ਸੁਨਬੇ ਕਹੋ ਵਿਸਾਲ ਉਤਸਾਹੂ, ਸਭ ਸੰਗਤਾਂ ਨੂੰ ਬੜਾ ਉਤਸ਼ਾਹ ਹੈ ਸੁਣਨ ਵਾਸਤੇ। ਮਹਾਰਾਜ ਆਪ ਜੀ ਸੱਚਖੰਡ ਚੱਲੇ ਹੋ, ਅਖੀਰਲੇ ਸਮੇਂ ਤੇ ਸਮੂਹ ਸਿੱਖ ਸੰਗਤਾਂ ਨੂੰ ਇਹ ਵਾਹਿਗੁਰੂ ਨਾਮ ਦੇ ਅਰਥ ਆਪ ਸੁਣਾਓ ਜੀ। ਕਿਰਪਾ ਕਰੋ ਸਭ ਪਰ ਸ੍ਰੀ ਗੁਰ ਜੀ, ਇਹ ਸ਼੍ਰੋਮਣੀ ਸਤਿਗੁਰੂ ਜੀ ਸਾਰਿਆਂ ਦੇ ਉੱਤੇ ਕਿਰਪਾ ਕਰੋ ਜੀ। ਇਹ ਪੂਰਹੋ ਸਰਬ ਲਾਲਸਾ ਉਰ ਜੀ, ਇਹ ਮਹਾਰਾਜ ਜੀਓ ਸਾਰਿਆਂ ਦੇ ਮਨ ਦੀ ਜੋ ਮਰਜ਼ੀ ਹੈ ਉਸ ਨੂੰ ਪੂਰੀ ਕਰੋ ਜੀ। ਇਸ ਪ੍ਰਕਾਰ ਸੁਨ ਕੇ ਸੁਭ ਬਾਨੀ, ਯੋ ਸੋਹਣੇ ਬਚਨ ਬਾਬਾ ਬੁੱਢਾ ਸਾਹਿਬ ਦੇ ਸਰਵਣ ਕਰਕੇ ਅਰ ਸਿੱਖਨ ਮਨ ਕੀ ਗਤ ਜਾਨੀ, ਸਿੱਖਾਂ ਦੇ ਮਨ ਦੀ ਹਾਲਤ ਨੂੰ ਜਾਣ ਕੇ ਮੇਰੇ ਸਤਿਗੁਰਾਂ ਨੇ ਸਮ ਅੰਮ੍ਰਿਤ ਕੇ ਗਿਰਾ ਰਸਾਲਾ, ਮਹਾਰਾਜ ਨੇ ਅੰਮ੍ਰਿਤ ਵਰਗੇ ਸੁੰਦਰ ਜੋ ਬਚਨ ਹਨ ਉਚਾਰਨ ਕੀਤੇ ਹਨ। ਕਹਿ ਸ੍ਰੀ ਨਾਨਕ ਪਰਮ ਕਿਰਪਾਲਾ, ਮਹਾਨ ਕਿਰਪਾਲੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁੰਦਰ ਬਚਨ ਉਚਾਰਨ ਕੀਤੇ ਹਨ। ਦੋਹਰਾ ਸਤਨਾਮ ਸ੍ਰੀ ਵਾਹਿਗੁਰੂ ਸੁਨਹੁ, ਤੋ ਭਾਈ ਜੋ ਸਤਨਾਮ ਵਾਹਿਗੁਰੂ ਨਾਮ ਹੈ ਸੁਨਹੁ ਅਰਥ ਇਸ ਕੇਰ, ਇਸ ਦੇ ਸੁੰਦਰ ਅਰਥ ਜਿਹੜੇ ਹਨ ਪਿਆਰ ਪੂਰਵਕ ਸਰਵਣ ਕਰੋ। ਜਿਸ ਕੇ ਸਿਮਰਨ ਅਦਕ ਫਲ, ਜਿਸ ਦਾ ਸਿਮਰਨ ਕਰਨ ਦੇ ਨਾਲ ਮਹਾਨ ਫਲ ਦੀ ਪ੍ਰਾਪਤੀ ਹੁੰਦੀ ਹੈ। ਮਿਟਹਿ 84 ਫੇਰ, ਤੇ ਜਿਸ ਦੇ ਸਰਵਣ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ 84 ਲੱਖ ਜੂਨਾਂ ਦਾ ਫੇਰਾ ਮੁੱਕ ਜਾਂਦਾ, ਮੁਕਤੀ ਮਿਲ ਜਾਂਦੀ ਹੈ। ਸਵਈਆ ਗੋਤਮ ਨਾਮ ਅਗਿਆਨ ਮਹਾਨ ਕੋ, ਤੋ ਭਾਈ ਜਿਹੜਾ ਸੋ ਗੁਰੂ ਅੱਖਰ ਲੈਂਦੇ ਨੇ ਪਹਿਲਾਂ, ਸੋ ਕਹਿੰਦੇ ਨੇ ਗੋ ਤੋਂ ਭਾਵ ਹੈ ਜਿਹੜਾ ਮਹਾਨ ਹੀ ਇਸ ਪ੍ਰਕਾਰ ਅਗਿਆਨ ਦਾ ਅੰਧਕਾਰ ਹੈ। ਪਾਏ ਬੰਧਾਨ ਸਦੀਵ ਚੋਰੂ, ਤੋ ਕਹਿੰਦੇ ਨੇ ਇਸ ਪ੍ਰਕਾਰ ਜਿਸ ਦੇ ਨਾਲ
ਇਹ ਜੀਵ ਜਿਹੜੇ ਨੇ ਸਾਰਿਆਂ ਨੂੰ ਅਨੇਕ ਪ੍ਰਕਾਰ ਦੇ ਬੰਧਨ ਪੈਂਦੇ ਹਨ, 84 ਲੱਖ ਦੇ। ਦੇਹ ਅਨੇਕ ਧਰੇ ਜਨਮੇ ਮ੍ਰਿਤ ਸੰਕਟ। ਉਹ ਕਹਿੰਦੇ ਨੇ ਭਾਈ ਜਿਸ ਅਗਿਆਨ ਕਰਕੇ ਜੀਵ ਜਿਹੜੇ ਨੇ ਅਨੇਕਾਂ ਜਨਮ ਧਾਰਦੇ ਹਨ, ਦੁੱਖ ਭੋਗਦੇ ਹਨ ਜਨਮ ਮਰਨ ਦੇ। ਸੰਕਟ ਹੋਤ ਵਿਸਾਲ ਸੁਰੂ। ਤੇ ਬਹੁਤ ਭਾਰੀ ਸੰਕਟ ਜੋ ਦੁੱਖ ਸ਼ੁਰੂ ਹੋ ਜਾਂਦਾ ਹੈ, ਇਹ ਅਗਿਆਨ ਕਰਕੇ ਹੈ। ਸੋ ਤਤਕਾਲ ਬਲੀਨ ਕਰੈ। ਉਸ ਨੂੰ ਇਹ ਵਾਹਿਗੁਰੂ ਮੰਤਰ ਜਿਹੜਾ ਹੈ ਝਟ ਹੀ ਵਿਨਾਸ਼ ਕਰ ਦਿੰਦਾ ਹੈ। ਕਿਹਨੂੰ? ਜੋ ਅਗਿਆਨ ਹੈ, ਗੋ ਤੋਂ ਭਾਵ ਅਗਿਆਨ ਦਾ ਅੰਧਕਾਰ, ਉਸ ਨੂੰ ਦੂਰ ਕਰ ਦਿੰਦਾ ਵਾਹਿਗੁਰੂ ਮੰਤਰ ਜੋ ਹੈ। ਹੋਏ ਜਾਤ ਪ੍ਰਕਾਸ਼ ਕਹੈ ਇਸ ਰੂ। ਤੋ ਕਹਿੰਦੇ ਨੇ ਜਦੋਂ ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ ਤੇ ਹਿਰਦੇ ਵਿੱਚ ਪ੍ਰਕਾਸ਼ ਜੋ ਹੋ ਜਾਂਦਾ, ਉਹਨੂੰ ਰੂ ਕਹੀਦਾ ਹੈ, ਗੁਰੂ। ਤੇ ਰੂ ਤੋਂ ਭਾਵ ਪ੍ਰਕਾਸ਼ ਹਿਰਦੇ ਵਿੱਚ ਹੁੰਦਾ ਹੈ। ਜੋ ਅਸਚਰਜ ਮਹਾ ਬਿਸਮਾਵਤ। ਜੋ ਅਸਚਰਜ ਰੂਪ ਹੈ, ਜੋ ਮਹਾਨ ਬਿਸਮਾਦ ਰੂਪ, ਵਾਹੇ ਦਾ ਅਰਥ ਹੈ ਇਹ। ਜੋ ਵਾਹੇ ਅਸਚਰਜ ਰੂਪ ਹੈ, ਮਹਾਨ ਹੈ ਜੋ। ਤਾਹੇ ਕਹੋ ਮੁਖ ਵਾਹੇ ਗੁਰੂ। ਉਸ ਨੂੰ ਭਾਈ ਸੁਭਾਏ ਮਨ ਮੁਖ ਤੋਂ ਵਾਹਿਗੁਰੂ ਕਹੋ। ਇਹ ਵਾਹਿਗੁਰੂ ਮਹਾਰਾਜ ਦਾ ਮੰਤਰ ਉਚਾਰਨ ਕਰਨ ਦਾ ਫਲ ਹੈ। ਜੋ ਜੜ ਜਾਤ ਬਿਥਾਰ ਮਹਾ। ਜੋ ਸੋ ਇਸ ਪ੍ਰਕਾਰ ਗੋ ਹੈਗਾ, ਜੜ ਹੈ, ਅਗਿਆਨ ਜਿਹੜਾ ਹੈ, ਤੇ ਜਿਸ ਦੇ ਨਾਲ ਬੜਾ ਭਾਰੀ ਵਿਸਥਾਰ ਹੈ ਸ੍ਰਿਸ਼ਟੀ ਦਾ। ਦ੍ਰਿਸ਼ ਮਾਨ ਵਿਚਿਤ੍ਰ ਅਨੇਕ ਫਰੂ। ਤੋ ਕਹਿੰਦੇ ਅਨੇਕ ਪ੍ਰਕਾਰ ਦੇ ਦ੍ਰਿਸ਼ਮਾਨ ਜਿਹੜੇ ਚਿੱਤਰ ਨੇ, ਇਸ ਪ੍ਰਕਾਰ ਸਮੁੰਦਰ ਹੈ, ਪਹਾੜ ਹੈ, ਇਸ ਤਰੀਕੇ ਦੇ ਨਾਲ ਜਲ ਥਲ ਆਦਿਕ, ਜੋ ਅਨੇਕ ਪ੍ਰਕਾਰ ਦਾ ਫੈਲਾਓ ਜਿਹੜਾ ਇਸ ਪ੍ਰਕਾਰ ਇਹ ਜੋ ਦਿਸ ਰਿਹਾ ਹੈ। ਤਾਰ ਤਮੈ ਜਨਮੈ ਬਿਨਸੈ। ਤੋ ਜੰਮਦਾ ਹੈ, ਮਰਦਾ ਹੈ, ਕਦੇ ਉੱਚਾ ਕਦੇ ਨੀਵਾਂ, ਸੋ ਘੱਟ ਵੱਧ ਹੁੰਦਾ ਹੈ ਜੀਵ ਜਿਹੜਾ ਹੈ। ਜਿਸ ਆਸਰਿਤ ਭਾ ਸਤ ਬੀਚ ਪਰੂ। ਤੋ ਜਿਸ ਦੇ ਆਸਰੇ ਜੋ ਸਤ ਹੈ ਔਰ ਸਾਰੇ ਪਰਿਪੂਰਨ ਹੈ, ਤੋ ਉਹ ਰੂਹ ਚੇਤਨ ਸਰੂਪ ਜੋ ਸਾਰਿਆਂ ਦੇ ਵਿੱਚ ਹੀ ਇਸ ਪ੍ਰਕਾਰ ਵਿਆਪਕ ਰੂਪ ਹੈ। ਜੋ ਤਿਨ ਕੇ ਵਿਵਹਾਰ ਕਰਾਵਤ। ਜਿਹੜਾ ਇਸ ਤਰੀਕੇ ਦੇ ਨਾਲ ਸਾਰਿਆਂ ਦੇ ਹੀ ਵਿਹਾਰ ਆਦਿ ਕੰਮਕਾਰ ਕਰਾਉਂਦਾ ਹੈ, ਜੋ ਚੇਤਨ ਰੂਪ ਹੈ। ਨਾਮ ਕਹੈ ਇਸ ਚੇਤਨ ਰੂ। ਤਾਂ ਰੂਹ ਤੋਂ ਭਾਵ ਹੈ ਚੇਤਨ ਸਰੂਪ ਪਰਮੇਸ਼ਵਰ, ਜੋ ਸਾਰਿਆਂ ਦੇ ਵਿੱਚ ਸਤਾ ਸੁਪੁਰਤੀ ਦੇ ਕਰਕੇ ਕਿਰਿਆ ਕਰਾਉਣ ਵਾਲਾ ਹੈ। ਜੋ ਅਸਚਰਜ ਮਹਾ ਬਿਸਮਾਵਤ। ਜੋ ਅਸਚਰਜ ਹੈ, ਮਹਾਨ ਹੈਰਾਨ ਕਰਨ ਦੇਣ ਵਾਲਾ ਵਾਹਿਗੁਰੂ ਹੈ, ਵਾਹੇ ਜੋ ਹੈ। ਤਾਹੇ ਕਹੋ ਮੁਖ ਵਾਹੇ ਗੁਰੂ। ਭਾਈ ਉਸ ਨੂੰ ਮੁਖ ਤੋਂ ਕਹੋ ਵਾਹਿਗੁਰੂ। ਇਹ ਵਾਹਿਗੁਰੂ ਦਾ ਭਾਵ ਅਰਥ ਹੈ। ਜੋ ਸਭ ਦੇਹਨ ਅੰਨ ਪਚਾਵਤ। ਜਿਹੜਾ ਸਾਰੇ ਹੀ ਸਰੀਰਾਂ ਦੇ ਵਿੱਚ ਅੰਨ ਖਾਂਦੇ ਆ ਆਪਾਂ, ਤੇ ਜਿਹੜਾ ਸਾਡੇ ਸਰੀਰਾਂ ਦੇ ਵਿੱਚ ਅੰਨ ਨੂੰ ਪਚਾਉਣ ਵਾਲਾ ਹੈ। ਪਾਵਤ ਪ੍ਰਾਨ ਆਧਾਰ ਤਾਰੂ। ਤੋ ਕਹਿੰਦੇ ਧੁਰ ਤੋਂ ਹੀ ਇਸ ਪ੍ਰਕਾਰ ਜਿਹੜਾ ਧੁਰ ਰੂਪ ਹੈ, ਤੋ ਇਸ ਪ੍ਰਕਾਰ ਅੰਨ ਨੂੰ ਪਚਾਉਣ ਵਾਲਾ ਹੈ। ਤੇ ਸਾਡੇ ਸਰੀਰਾਂ ਵਿੱਚ ਜਿਸ ਦੇ ਸਦਕੇ ਅੰਨ ਆਦਿਕ ਦੀ ਸੋ ਪਾਚਨ ਕਿਰਿਆ ਦੇ ਨਾਲ ਤਾਕਤ ਮਿਲਦੀ ਹੈ। ਜੋ ਬ੍ਰਿੰਦ ਰਿਖਿਕ ਅਚੇਤਨ ਜੇ। ਜਿਤਨੀਆਂ ਸਾਡੀਆਂ ਸਰੀਰ ਦੀਆਂ ਇੰਦਰੀਆਂ ਨੇ ਅਚੇਤਨ, ਇਹ ਸਾਰੀਆਂ ਜੜ ਰੂਪ ਹਨ। ਤਿਨ ਕੇ ਵਿਵਹਾਰ ਕਰੇ ਜੈ ਸੁਰੂ। ਤੋ ਜਿਹੜਾ ਚੇਤਨ ਰੂਪ ਇਹਨਾਂ ਸਾਰੇ ਸਾਡੇ ਗਿਆਨ ਕਰਮ ਇੰਦਰੀਆਂ ਦੇ ਵਿਹਾਰ ਨੂੰ ਸ਼ੁਰੂ ਕਰਦਾ ਹੈ, ਭਾਵ ਆਪਣੀ ਸਤਾ ਸਪੁਰਤੀ ਦਿੰਦਾ ਹੈ। ਜੋ ਅੰਤਰ ਜੇ ਮਤ ਆਦਿਕ ਹੈ ਜੜ। ਭਾਈ ਜੋ ਸਾਡੇ ਅੰਦਰ ਮਤ ਬੁੱਧੀ ਆਦਿਕ ਹੈ, ਇਹ ਆਪਣੇ ਆਪ ਵਿੱਚ ਜੜ ਰੂਪ ਹੈ। ਤੇ ਚਿਤ ਕੈ ਫਰਨਾ ਸੋ ਫਰੂ। ਤੋ ਕਹਿੰਦੇ ਇਸ ਪ੍ਰਕਾਰ ਇਸ ਨੂੰ ਜੋ ਚੇਤਨ ਆਪਣਾ ਸੁਫੁਰਤੀ ਦਿੰਦਾ ਹੈ, ਤੇ ਜਿਹਦੇ ਨਾਲ ਕਿ ਇਸ ਦੇ ਤਾਈਂ ਸਭ ਸੋਚਾਂ ਫੁਰਦੀਆਂ ਹਨ। ਜੋ ਅਸਚਰਜ ਮਹਾ ਬਿਸਮਾਵਤ। ਜੋ ਵਾਹੇ ਬੜਾ ਅਸਚਰਜ ਹੈ, ਮਹਾਨ ਬਿਸਮ ਰੂਪ ਹੈ। ਜੋ ਤਾਹੇ ਕਹੋ ਮੁਖ ਵਾਹੇ ਗੁਰੂ। ਉਸ ਨੂੰ ਮੁਖ ਤੋਂ ਭਾਈ ਵਾਹਿਗੁਰੂ ਕਹੋ। ਜਿਹੜਾ ਮੁਖ ਤੋਂ ਵਾਹਿਗੁਰੂ ਕਹੇਗਾ ਤੋ ਅਸਚਰਜ ਰੂਪ ਜਿਹੜਾ ਹੈ ਉਸ ਦੀ ਪ੍ਰਾਪਤੀ ਕਰਾ ਦੂਗਾ। ਸੀਸ ਸਹੰਸ ਆਸੀਸ ਐਨਨ। ਤੋ ਭਾਈ ਜਿਹੜਾ ਮਾਲਕ ਵਾਹਿਗੁਰੂ ਜਿਹੜਾ ਹੈ ਸਰਗੁਣ ਰੂਪ ਵਿੱਚ ਹਜ਼ਾਰਾਂ ਹੀ ਸੀਸ ਨੇ, ਨਿਰਗੁਣ ਵਿੱਚ ਉਸ ਦਾ ਕੋਈ ਵੀ ਸੀਸ ਸਿਰ ਨਹੀਂ ਹੈ। ਅਨੈਨ ਜੋ ਨੈਣਾ ਤੋਂ ਬਿਨਾਂ ਵੀ ਹੈ ਨਿਰਗੁਣ ਰੂਪ ਵਿੱਚ। ਸੈਨਨ ਸਹੰਸਰ ਹੀ ਰੂਪ ਧਰੂ। ਤੋ ਭਾਵੇਂ ਹਜ਼ਾਰਾਂ ਹੀ ਰੂਪ ਧਾਰਨ ਕਰਨ ਵਾਲਾ ਹੈ, ਤੇ ਸਰਗੁਣ ਵਿੱਚ ਦੇ ਅਨੇਕਾਂ ਹੀ ਨੇਤਰ ਹਨ। ਘਰਾਣ ਸਹੰਸਰ ਅਕਰਾਣ ਅਸਰੋਣ।
ਤੇ ਜਿਹੜਾ ਮਾਲਕ ਵਾਹਿਗੁਰੂ ਪਰਮੇਸ਼ਵਰ ਜਿਹੜਾ ਹੈ, ਹਜ਼ਾਰਾਂ ਹੀ ਨਾਸਕਾਂ ਹਨ ਸਰਗੁਣ ਰੂਪ ਦੇ ਵਿੱਚ, ਨਿਰਗੁਣ ਵਿੱਚ ਕੋਈ ਵੀ ਉਸ ਦੀ ਸੋ ਨਾਸਕਾ ਨਹੀਂ ਹੈ। ਇਸ ਪ੍ਰਕਾਰ ਤੇ ਕੰਨਾਂ ਤੋਂ ਬਿਨਾਂ ਹੈ ਜੋ ਨਿਰਗੁਣ ਬ੍ਰਹਮ ਹੈ। ਸਰੋਣਨ ਸਹੰਸਰ ਤੇ ਸਰੋਣ ਕਰੂ। ਗੁਰੂ ਕਹਿੰਦੇ ਇਸ ਪ੍ਰਕਾਰ ਹਜ਼ਾਰਾਂ ਹੀ ਸੋ ਕੰਨਾਂ ਦੇ ਨਾਲ ਉਹ ਸੁਣਨ ਵਾਲਾ ਹੈ ਸਰਗੁਣ ਰੂਪ ਵਿੱਚ। ਜੋ ਗੁਰੂ ਨਾਨਕ ਸਾਹਿਬ ਦੇ ਬਚਨ ਹਨ, ਸਹਿਜ ਤਵ ਨੈਣ ਨੈਣ ਹੈ ਤੋਹਿ ਕੋ ਆਰਤੀ ਦਾ ਸ਼ਬਦ, ਉਸ ਦੇ ਅਰਥ ਹੋ ਰਹੇ ਹਨ। ਪਾਣ ਸਹੰਸਰ ਆਪਾਨ ਆਪਾਦ। ਉਹ ਮਾਲਕ ਬਿਨਾਂ ਹੱਥਾਂ ਤੋਂ ਹੈ, ਨਿਰਗੁਣ ਰੂਪ। ਸਰਗੁਣ ਵਿੱਚ ਅਨੇਕ ਹੱਥ ਹਨ, ਫਿਰ ਚਰਨਾਂ ਤੋਂ ਬਿਨਾਂ ਹੈ। ਸਪਾਦ ਸਹੰਸਰ ਅਨਰੂ ਅਰੂ। ਤੋ ਇਸ ਪ੍ਰਕਾਰ ਸੋ ਜਿਹੜਾ ਇਸ ਪ੍ਰਕਾਰ ਅਨੇਕਾਂ ਹੀ ਚਰਨਾਂ ਤੋਂ ਬਿਨਾਂ ਹੈ ਨਿਰਗੁਣ ਵਿੱਚ, ਤੇ ਬਹੁਤ ਹੀ ਸਹਿਜ ਪਦ ਬਿਮਲ ਨਾਨ ਏਕ ਪਦ ਜੋ ਹੈ, ਐਸਾ ਜੋ ਮਾਲਕ ਵਾਹਿਗੁਰੂ ਸੁੰਦਰ ਸਰੂਪ ਹੈ। ਜੋ ਅਸਚਰਜ ਮਹਾ ਬਿਸਮਾਵਤ। ਜੋ ਅਸਚਰਜ ਰੂਪ ਹੈ, ਮਹਾਨ ਬਿਸਮਾਦ ਰੂਪ ਵਾਹੇ ਹੈ। ਤਾਹੇ ਕਹੋ ਮੁਖ ਵਾਹੇ ਗੁਰੂ। ਉਸ ਦਾ ਨਾਮ, ਉਸ ਦਾ ਅਰਥ ਹੈ ਵਾਹਿਗੁਰੂ। ਸਪਸ਼ਟ ਰੂਪ ਹੈ ਵਾਹਿਗੁਰੂ। ਇਹ ਵਾਹਿਗੁਰੂ ਅੱਖਰ ਦੀ ਵਿਤਪਤੀ ਜੋ ਹੈ, ਵਾਹੇ ਗੋ ਤੇ ਰੂ ਤਿੰਨ ਭਾਗ ਕੀਤੇ ਹਨ। ਵਾਹੇ ਨਾਮ ਹੈ ਅਸਚਰਜ। ਵਾਹੇ ਦਾ ਅਰਥ ਹੈ ਅਸਚਰਜ, ਚੇਤਨ ਸੱਤਾ ਵਾਲਾ ਵਾਹਿਗੁਰੂ ਅਸਚਰਜ ਹੈ। ਗੋ ਨਾਮ ਹੈ ਅਗਿਆਨ ਦਾ ਅੰਧਕਾਰ। ਰੂ ਨਾਮ ਹੈ ਪ੍ਰਕਾਸ਼ ਚੇਤਨ ਸੱਤ ਦਾ। ਤੋ ਇਸ ਵਾਸਤੇ ਤੇ ਕਵੀ ਜੀ ਆਪ ਜੀ ਦੀ ਮਹਾਨ ਵਿਦਿਆ ਦਾ ਪ੍ਰਗਟਾਵਾ ਕਰਦੇ ਹੋਏ ਇਸ ਵਾਹਿਗੁਰੂ ਗੁਰਮੰਤਰ ਦੇ ਅਰਥ ਜਿਹੜੇ ਹਨ ਉਹਨਾਂ ਦਾ ਅਸ਼ਟਕ ਲਿਖ ਰਹੇ ਹਨ, ਸੁੰਦਰ ਸੋਭਾ ਕਰ ਰਹੇ ਹਨ ਮਹਾਰਾਜ ਦੇ ਗੁਰਮੰਤਰ ਦੀ। ਤਰਾਸਤ ਹੈ ਜਿਸ ਤੇ ਮ੍ਰਿਤ। ਤੋ ਦੇਖੋ ਜਿਸ ਅਸਚਰਜ ਰੂਪ ਤੋਂ ਕਹਿੰਦੇ ਜਿਹੜੀ ਮੌਤ ਹੈ, ਕਾਲ ਹੈ, ਇਹ ਵੀ ਡਰਦਾ ਹੈ। ਦੌਰਤ ਲੋਰਤ ਜੀਵਨ ਅੰਤ ਕਰੂ। ਤੋ ਕਹਿੰਦੇ ਜਿਹੜੀ ਮੌਤ ਹੈ, ਕਾਲ, ਭੱਜਾ ਫਿਰਦਾ ਜੀਵਾਂ ਦਾ ਅੰਤ ਕਰਨ ਵਾਸਤੇ ਵਾਹਿਗੁਰੂ ਉਹ ਹੈ ਜਿਸ ਤੋਂ ਉਹ ਵੀ ਡਰਦਾ ਹੈ। ਤਰਾਸ ਧਰਾਤਰ ਕੋ ਧ੍ਰਿਤ ਧਾਰਤ। ਜਿਸ ਦਾ ਡਰ ਕਰਕੇ ਇਹ ਧਰਤੀ ਵੀ ਪਹਾੜਾਂ ਆਦਿਕ ਦੇ ਭਾਰ ਨੂੰ ਸਹਾਰ ਕਰਕੇ ਟਿਕੀ ਬੈਠੀ ਹੈ। ਤਰਾਸਤ ਪੌਣ ਤਰਲੋਕ ਤਰੂ। ਤੋ ਕਹਿੰਦੇ ਜਿਹੜੀ ਪੌਣ ਹੈ ਤਿੰਨਾਂ ਹੀ ਲੋਕਾਂ ਵਿੱਚ ਜਿਸ ਦੇ ਡਰ ਕਰਕੇ ਚੱਲ ਰਹੀ ਹੈ। ਤਰਾਸ ਧਰੇ ਨਭ ਸੂਰਜ ਗੌਨ ਪ੍ਰਕਾਸ਼ਤ। ਤੋ ਜਿਹੜਾ ਸੂਰਜ ਹੈ ਪ੍ਰਿਥਵੀ ਨੂੰ ਪ੍ਰਕਾਸ਼ ਦਿੰਦਾ ਹੈ ਤੇ ਗਮਨ ਕਰ ਰਿਹਾ, ਜਿਸ ਦੇ ਡਰ ਦੇ ਨਾਲ ਟਿਕਿਆ ਹੋਇਆ ਇੱਕ ਰਜਾ ਵਿੱਚ ਚੱਲ ਰਿਹਾ ਹੈ। ਪ੍ਰਕਾਸ਼ਤ ਪਾਵਕ ਤਰਾਸ ਪਰੂ। ਤੋ ਕਹਿੰਦੇ ਜਿਹੜੀ ਇਸ ਪ੍ਰਕਾਰ ਸੋ ਅਗਨੀ ਹੈ ਜਿਸ ਦੇ ਡਰ ਦੇ ਨਾਲ ਇਹ ਪ੍ਰਕਾਸ਼ ਦਿੰਦੀ ਹੈ, ਸੇਕ ਦਿੰਦੀ ਹੈ। ਜੋ ਅਸਚਰਜ ਮਹਾ ਬਿਸਮਾਵਤ। ਜੋ ਵਾਹੇ ਅਸਚਰਜ ਰੂਪ ਹੈ, ਮਹਾਨ ਬਿਸਮਾਦ ਰੂਪ ਜੋ ਹੈ। ਤਾਹੇ ਕਹੋ ਮੁਖ ਵਾਹੇ ਗੁਰੂ। ਉਸ ਨੂੰ ਮੁਖ ਤੋਂ ਉਚਾਰਨ ਕਰੋ ਭਾਈ ਵਾਹਿਗੁਰੂ। ਐਸਾ ਹੈ ਮੇਰਾ ਵਾਹਿਗੁਰੂ ਪਰਮੇਸ਼ਵਰ ਜੋ ਸਭ ਨੂੰ ਕਾਲਨ ਕੋ ਕਾਲ, ਮਹਾਕਾਲਨ ਕੋ ਕਾਲ ਰੂਪ ਹੈ। ਜੋ ਸਗਰੇ ਜਗ ਕੋ ਡਰਦਾਇਕ। ਜੋ ਸਾਰੇ ਸੰਸਾਰ ਨੂੰ ਡਰਦਾਇਕ, ਹਾਂਜੀ, ਸਾਨੂੰ ਡਰ ਦੇਣ ਵਾਲਾ, ਭੈ ਦੇਣ ਵਾਲਾ ਹੈ। ਕਰੂਰ ਮਹਾ ਅਤ ਓਜ ਧਰੂ। ਬੜਾ ਭਾਰੀ ਬਲ ਧਾਰਨ ਕਰਨ ਵਾਲਾ ਤੇ ਬੜਾ ਕਰੜੇ ਮਨ ਵਾਲਾ ਵੀ ਹੈ। ਇਹ ਮਾਲਿਕ ਵਾਹਿਗੁਰੂ ਪਰਮੇਸ਼ਵਰ ਦਾ ਜਲਾਲ ਤੇ ਜਮਾਲ ਪੇਸ਼ ਹੋ ਰਿਹਾ ਹੈ। ਉਸ ਮਾਲਿਕ ਵਾਹਿਗੁਰੂ ਪਰਮੇਸ਼ਵਰ ਦਾ ਜਮਾਲ ਸ਼ਕਤੀ ਜਿਹੜੀ ਹੈ ਉਹ ਹੈ ਇਸ ਪ੍ਰਕਾਰ ਜੋ ਕੋਮਲਤਾ ਹੈ, ਤੇ ਜਲਾਲ ਹੈ ਜੋ ਵੀਰ ਰਸੀ ਸ਼ਕਤੀ ਹੈ। ਦੋਨੋਂ ਪੱਖ ਉਸ ਵਾਹਿਗੁਰੂ ਸ਼ਕਤੀ ਦੇ ਜਿਹੜੇ ਨੇ ਕਵੀ ਜੀ ਬਿਆਨ ਕਰਦੇ ਹਨ। ਜੋ ਸਭ ਕੋ ਉਪਜਾਵਤ ਹੈ। ਉਹ ਮਾਲਕ ਜਿਹੜਾ ਕਹਿੰਦੇ ਸਭ ਨੂੰ ਪੈਦਾ ਕਰਨ ਵਾਲਾ ਹੈ। ਪਰ ਪਾਰਤ ਫੇਰ ਬਿਨਾ ਵਿਨਾਸ਼ ਕਰੂ। ਤੋ ਜੋ ਸਭ ਨੂੰ ਪੈਦਾ ਵੀ ਕਰਦਾ ਹੈ, ਫਿਰ ਪਾਲਣਾ ਵੀ ਕਰਦਾ ਹੈ, ਫਿਰ ਵਿਨਾਸ਼ ਵੀ ਕਰਦਾ ਸਭ ਦਾ। ਜੋ ਅਸ ਕਾਲ ਮਹਾ ਬਿਦਤੈ। ਜਿਹੜਾ ਇਹੋ ਜਿਹਾ ਕਾਲ ਪ੍ਰਗਟ ਰੂਪ ਹੀ ਹੈ ਸਾਰੇ। ਤਿਸ ਕਾਲ ਕੋ ਕਾਲ ਕਰੇ ਜੋ ਤਰੂ। ਤੋ ਜਿਹੜਾ ਝਟ ਹੀ ਉਸ ਕਾਲ ਦਾ ਵੀ ਕਾਲ ਕਰ ਦੇਣ ਵਾਲਾ ਹੈ। ਸੋ ਮਹਾਕਾਲ ਜੋ ਹੈ। ਜੋ ਅਸਚਰਜ ਮਹਾ ਬਿਸਮਾਵਤ। ਵਾਹੇ ਜਿਹੜਾ ਬੜਾ ਹੀ ਅਸਚਰਜ ਹੈ, ਬਹੁਤ ਬਿਸਮਾਦ ਰੂਪ ਜੋ ਹੈ। ਤਾਹੇ ਕਹੋ ਮੁਖ ਵਾਹੇ ਗੁਰੂ। ਪਿਆਰਿਓ ਉਸ ਨੂੰ ਮੁਖ ਤੋਂ ਵਾਹਿਗੁਰੂ ਕਹੋ। ਵਾਹਿਗੁਰੂ ਕਹੋਗੇ ਉਹ ਬਿਸਮਾਦ ਤੇ ਅਸਚਰਜ ਰੂਪ ਜਿਹੜਾ ਤੁਹਾਨੂੰ ਪ੍ਰਾਪਤ ਹੋ ਜਾਏਗਾ।
ਐਸਾ ਹੈ ਵਾਹਿਗੁਰੂ ਮੰਤਰ। ਵੇਦ ਅਬੇਦ ਨਿਰੰਤਰ ਅੰਤਰ। ਜੋ ਮਾਲਕ ਵੇਦ ਅਬੇਦ, ਜੋ ਵੇਦਾਂ ਕਰਕੇ ਵੀ ਅਬੇਦ ਜਾਣਿਆ ਨਹੀਂ ਜਾਂਦਾ ਹੈ, ਇਸ ਪ੍ਰਕਾਰ ਬੇਅੰਤ ਬੇਅੰਤ ਤਾਂ ਕਹਿੰਦੇ ਜਾਣ ਨਹੀਂ ਸਕਦੇ। ਨਿਰੰਤਰ ਇੱਕ ਰਸ, ਜੋ ਸਾਰਿਆਂ ਦੇ ਵਿੱਚ ਅਨੰਤ ਬੇਅੰਤ ਰੂਪ ਹੈ। ਅੰਤਰ ਅੰਤਰੇ ਸੋ ਅਸਚਾਰਨ ਚਾਰੂ। ਤੋ ਜਿਹੜਾ ਇਸ ਪ੍ਰਕਾਰ ਸੋ ਜੋ ਅਚਰ ਨੇ, ਜੜ ਨੇ, ਉਹਨਾਂ ਨੂੰ ਚੇਤਨ ਸੁਪੁਰਤੀ ਦੇਣ ਵਾਲਾ ਜੋ ਵਾਹਿਗੁਰੂ ਪਰਮੇਸ਼ਵਰ ਅਨੰਤ ਰੂਪ ਹੈ। ਬਿੰਬ ਸੋ ਏਕ ਅਨੇਕ ਅਬਿੰਬ। ਤੋ ਜਿਹੜਾ ਮਾਲਕ ਬਿੰਬ, ਬਿੰਬ ਕਹੀਦਾ ਜਿਹਦਾ ਸ਼ੀਸ਼ੇ ਦੇ ਵਿੱਚ ਮੂੰਹ ਦੇਖੀਦਾ, ਉਹ ਆਪਣਾ ਬਿੰਬ। ਬਿੰਬ ਸਰੀਰ ਹੁੰਦਾ, ਪ੍ਰਤੀਬਿੰਬ ਹੁੰਦਾ ਜਿਹੜਾ ਵਿੱਚ ਰੂਪ ਦਿਸਦਾ ਹੈ। ਤੋ ਬਿੰਬ ਅਬਿੰਬ, ਉਹ ਮਾਲਕ ਪਰਮੇਸ਼ਰ ਜੋ ਇਸ ਪ੍ਰਕਾਰ ਸੋ ਬਿੰਬ ਰੂਪ, ਪਰਛਾਵਾਂ ਰੂਪ ਤੇ ਅਬਿੰਬ ਨਹੀਂ ਵੀ ਹੈ। ਐਸਾ ਜੋ ਮਾਲਕ ਵਾਹਿਗੁਰੂ ਪਰਮੇਸ਼ਰ ਅਨੇਕ ਰੂਪ ਧਾਰੀ ਬੈਠਾ ਹੈ। ਅਲੰਬ ਬਿਨਾ ਸੋ ਅਲੰਬ ਕਰੂ। ਸਭ ਦਾ ਅਲੰਬ ਗੁਰੂ, ਸਭ ਦਾ ਅਲੰਬ ਆਸਰਾ ਤਾਂ ਹੈ, ਪਰ ਆਪ ਕਿਸੇ ਆਸਰੇ ਵੀ ਨਹੀਂ। ਨਿਰਾਸਰਾ ਰੂਪ ਵਾਹਿਗੁਰੂ ਹੈ ਜੋ। ਸੰਖ ਬਿਖੈ ਜੋ ਅਸੰਖ ਵਿਸ਼ੇਸ਼। ਵਿਸ਼ੇਸ਼ ਕਰਕੇ ਸੰਖ ਜੋ ਗਿਣਤੀ ਹੈ, ਸਭ ਗਿਣਤੀਆਂ ਤੋਂ ਅਸੰਖ ਹੈ, ਅਣਗਿਣਤ ਹੈ। ਅਸ਼ੇਸ਼ ਹੈ ਹੋਵੈ ਸ਼ੇਸ਼ ਨਦੇਸ਼ ਧਰੂ। ਤੋ ਜਿਹੜਾ ਇਸ ਪ੍ਰਕਾਰ ਸ਼ੇਸ਼ ਨਾਗ ਵਰਗੇ ਵੀ ਜਿਸ ਮਾਲਕ ਵਾਹਿਗੁਰੂ ਪਰਮੇਸ਼ਵਰ ਦੀ ਆਗਿਆ ਨੂੰ ਮੰਨਦੇ ਹਨ, ਜੋ ਅਸਚਰਜ ਮਹਾ ਬਿਸਮਾਵਤ। ਜੋ ਵਾਹੇ ਅਸਚਰਜ ਰੂਪ, ਮਹਾਨ ਬਿਸਮਾਦ ਰੂਪ ਹੈ ਜੋ। ਤਾਹੇ ਕਹੋ ਮੁਖ ਵਾਹੇ ਗੁਰੂ। ਉਸ ਮਹਾਨ ਸ਼ਕਤੀ ਨੂੰ ਉਚਾਰਨ ਕਰਕੇ ਕਹੋ ਵਾਹਿਗੁਰੂ, ਉਹਦਾ ਨਾਮ ਹੈ। ਏਕਮ ਏਕ ਕਲਾ ਸਸ ਕੀ। ਤਾਂ ਵੇਖੋ ਕਹਿੰਦੇ ਮਾਲਕ ਉਹ ਵਾਹਿਗੁਰੂ ਕੈਸਾ ਸ਼ਕਤੀਵਾਨ ਹੈ। ਕਹਿੰਦੇ ਜਿਸ ਵੇਲੇ ਚੰਦਰਮਾ ਏਕਮ ਦੀ ਥਿਤ ਹੁੰਦੀ ਹੈ, ਮੱਸਿਆ ਤੋਂ ਬਾਅਦ ਏਕਮ ਦੀ ਥਿਤ ਦੇ ਉੱਤੇ ਇੱਕ ਕਲਾ ਹੁੰਦੀ ਹੈ ਇਹਦੇ ਵਿੱਚ, ਪਰ ਜਿਸ ਵੇਲੇ ਇੱਕ ਕਲਾ ਪ੍ਰਕਾਸ਼ ਦੀ 15 ਕਲਾ ਉਹਦੇ ਨਾਲ ਹੁੰਦੀਆਂ ਨੇ। ਜਿਸ ਮਾਲਕ ਨੇ ਇਹਦੇ ਵਿੱਚ ਸਾਰੀਆਂ ਕਲਾ ਪਾਈਆਂ ਹੋਈਆਂ ਹਨ। ਗੁਲ ਮੈਂ ਜਿਸ ਗੰਧ ਭਨੇ ਸਗਰੂ। ਤਾਂ ਕਹਿੰਦੇ ਦੇਖੋ ਕਿੱਡੇ ਸੁੰਦਰ ਪ੍ਰਮਾਣ ਨੇ। ਕਹਿੰਦੇ ਫੁੱਲ ਨੇ, ਗੁੱਲ ਫਾਰਸੀ ਫੁੱਲ ਦਾ ਨਾਮ। ਤੋ ਕਹਿੰਦੇ ਨੇ ਵੀ ਦੇਖੋ ਫੁੱਲਾਂ ਦੇ ਵਿੱਚ ਸੁਗੰਧੀ ਕੌਣ ਪਾਉਂਦਾ ਹੈ? ਜੋ ਇਹਨਾਂ ਫੁੱਲਾਂ ਦੇ ਵਿੱਚ ਵੀ ਇਹਨੂੰ ਰੂਪ ਦਿੰਦਾ, ਇਹਨੂੰ ਖੜਾਵਟ ਦਿੰਦਾ, ਇਹਦੇ ਵਿੱਚ ਸੁਗੰਧੀ ਪਾਉਂਦਾ ਹੈ ਜੋ। ਪੈ ਮਦ ਜਿਉ ਸਨ ਹੋਤ ਸਦੀਵ ਹੈ। ਤੇ ਜਿਵੇਂ ਦੁੱਧ ਹੈ ਤੇ ਦੁੱਧ ਵਿੱਚ ਜਿਹੜੀ ਚਿਕਨਾਈ ਹੈ, ਮੱਖਣ ਆਦਿ ਘਿਓ ਆਦਿ ਜਿਹੜਾ ਹੈ, ਜਿਸ ਮਾਲਕ ਨੇ ਪਾਇਆ ਹੋਇਆ ਹੈ। ਅੰਬ ਮੈਂ ਮਧੁਰਤਾ ਜੋ ਭਰੂ। ਤੋ ਜਿਸ ਨੇ ਦੇਖੋ ਅੰਬ ਹੈ, ਹੁਣ ਮਿਠਾਸ ਕਿੱਥੋਂ ਆਈ ਉਹਦੇ ਵਿੱਚ? ਜੋ ਅੰਬ ਦੇ ਵਿੱਚ ਵੀ ਮਿਠਾਸ ਭਰਨ ਵਾਲਾ, ਰਸ ਭਰਨ ਵਾਲਾ ਜੋ ਹੈ ਅਤ ਤੇਜ ਹਲਾਹਲ ਮੈਂ। ਤੇ ਫਿਰ ਦੇਖੋ ਜਿਹੜਾ ਹਲਾਲ ਜ਼ਹਿਰ ਹੈ, ਜ਼ਹਿਰ ਵਿੱਚ ਮਹਾਨ ਜੋ ਤੇਜੀ ਹੈ, ਖਾਂਦਿਆਂ ਸਾਰ ਬੰਦਾ ਮਰ ਜਾਂਦਾ ਹੈ, ਉਹ ਤੇਜ ਰੂਪ ਵੀ ਜਲ ਦੇਣ ਵਾਲਾ ਹੈ। ਕਿਮ ਬੀਚ ਵਿਚਾ ਵਿਰਾਜਤ ਹੈ ਸਫਰੂ। ਤੋ ਕਹਿੰਦੇ ਇਸ ਤਰ੍ਹਾਂ ਸਾਰਿਆਂ ਹੀ ਇਹਨਾਂ ਜੋ ਗਿਣਤੀ ਕੀਤੀ, ਸਾਰਿਆਂ ਵਿੱਚ ਹੀ ਜੋ ਵਿਆਪਕ ਰੂਪ ਹੋ ਰਿਹਾ ਹੈ, ਸੋ ਸਾਰੇ ਸਫੁਰਨ ਹੋ ਰਿਹਾ, ਫੈਲਾਉ ਦੇ ਰਿਹਾ ਹੈ। ਜੋ ਅਸਚਰਜ ਮਹਾ ਬਿਸਮਾਵਤ। ਜੋ ਮਹਾਨ ਹੀ ਅਸਚਰਜ ਰੂਪ ਹੈ, ਮਹਾਨ ਹੀ ਬਿਸਮਾਦ ਰੂਪ ਹੈ। ਤਾਹੇ ਕਹੋ ਮੁਖ ਵਾਹੇ ਗੁਰੂ। ਉਸ ਮਹਾਨ ਸ਼ਕਤੀ ਨੂੰ ਉਚਾਰਨ ਕਰੋ ਵਾਹਿਗੁਰੂ। ਐਸਾ ਹੈ ਵਾਹਿਗੁਰੂ ਭਾਈ, ਸਮਝ ਲਓ। ਦੋਹਰਾ ਸਭ ਸੰਗਤ ਕੋ ਸਤਿਗੁਰੂ। ਧੰਨ ਸਤਿਗੁਰੂ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਅਰਥ ਦਿਓ ਸਮਝਾਏ। ਵਾਹਿਗੁਰੂ ਗੁਰ ਮੰਤਰ ਦੇ ਇਹ ਅਰਥ ਸਮਝਾਏ। ਮਹਾਰਾਜ ਸਤਿਗੁਰੂ ਸੱਚਖੰਡ ਜਾਣ ਤੋਂ ਪਹਿਲਾਂ ਮਹਾਨ ਵਾਹਿਗੁਰੂ ਮੰਤਰ ਜਿਹੜਾ ਹੈ, ਉਸ ਦਾ ਨਿਸ਼ਚਾ ਦਵਾ ਰਹੇ ਹਨ ਸਾਨੂੰ। ਨਿਸਬਾਸੁਰ ਸਿਮਰਹੁ ਇਸੇ। ਤੋ ਮਹਾਰਾਜ ਦਾ ਹੁਕਮ ਹੋਇਆ ਹੈ ਭਈ ਦਿਨੇ ਰਾਤ ਇਸ ਵਾਹਿਗੁਰੂ ਮੰਤਰ ਦਾ ਸਿਮਰਨ ਕਰੋ ਤੁਸੀਂ। ਉੱਤਮ ਪਦ ਲਿਹੋ ਪਾਏ। ਮਹਾਨ ਉੱਤਮ ਪਦਵੀ ਤੁਹਾਨੂੰ ਪ੍ਰਾਪਤ ਹੋ ਜਾਏਗੀ। ਇਹ ਵਾਹਿਗੁਰੂ ਦਾ ਨਾਮ, ਇਹ ਵਾਹਿਗੁਰੂ ਅੱਖਰ ਤੁਹਾਨੂੰ ਵਾਹਿਗੁਰੂ ਸਰੂਪ ਤੱਕ ਲੈ ਜਾਣਗੇ। ਬਨਾਇਓ ਅਸ਼ਟਕ ਅਰਥ ਕੋ। ਤੋ ਕਹਿੰਦੇ ਨੇ ਭਾਈ ਕਵੀ ਜੀ ਭਈ ਵਾਹਿਗੁਰੂ ਮੰਤਰ ਦੇ ਅਰਥਾਂ ਦਾ ਇਹ ਅਸ਼ਟਕ 8 ਪਦ ਜਿਹੜੇ ਨੇ ਉਚਾਰਨ ਕੀਤੇ ਹਨ। ਵਾਹਿਗੁਰੂ ਸਤਨਾਮ। ਜੋ ਵਾਹਿਗੁਰੂ ਸੱਚਾ ਨਾਮ ਹੈ, ਨਿਤ ਪ੍ਰਤ ਪੜ੍ਹੇ ਜੋ ਪ੍ਰੇਮ ਕਰ। ਜਿਹੜਾ ਪ੍ਰੇਮ ਦੇ ਨਾਲ ਨਿਤ ਪ੍ਰਤੀ ਨਿਜਮ ਨਾਲ ਪੜ੍ਹੇਗਾ, ਵਿਚਾਰੇਗਾ, ਸਿਮਰਨ ਕਰੇਗਾ। ਧੰਨ ਹੈ ਗੁਰੂ ਪ੍ਰਣਾਮ। ਤੋ ਭਾਈ ਧੰਨ ਸਤਿਗੁਰੂ ਪਾਤਸ਼ਾਹ ਨਮਸਕਾਰ। ਸੁਤ ਆਦਿਕ
ਆਦਿਕ ਕਾਮਨਾ। ਭਾਈ ਜੋ ਵੀ ਮਨ ਦੀ ਕਾਮਨਾ ਹੈ, ਸੁਤ ਪੁੱਤਰ ਬਿਤ ਧਨ ਆਦਿਕ ਜੋ ਮਨ ਦੀ ਮਨਸ਼ਾ ਹੈ, ਸਤਿਗੁਰ ਤੇ ਸਭ ਪਾਏ। ਉਹ ਗੁਰੂ ਤੋਂ ਸਭ ਕੁਝ ਪ੍ਰਾਪਤ ਕਰ ਲੋ। ਜੋ ਅਭਿਆਸੀ ਹੋਵੇਗਾ ਵਾਹਿਗੁਰੂ ਮੰਤਰ ਦਾ, ਪ੍ਰਤ ਦਿਨ ਦੋਨੋਂ ਲੋਕ ਮੈਂ। ਤੋ ਭਾਈ ਇਸ ਪ੍ਰਕਾਰ ਸੋ ਜੋ ਪ੍ਰਤ ਦਿਨ ਨਿਤ ਪ੍ਰਤੀ ਸੋ ਸਿਮਰਨ ਕਰੇਗਾ, ਲੋਕ ਪਰਲੋਕ ਦੇ ਵਿੱਚ ਹੋਵੇ ਗੁਰੂ ਸਹਾਏ। ਸਤਿਗੁਰੂ ਪਾਤਸ਼ਾਹ ਦੀ ਸਹਾਇਤਾ ਪ੍ਰਾਪਤ ਕਰੇਗਾ। ਐਸ ਲੋਕ ਵਿੱਚ ਵੀ ਜਿੱਥੇ ਜ਼ਰੂਰਤ ਹੋਊ ਗੁਰੂ ਹਾਜ਼ਰ ਹੋਵੇਗਾ। ਭਾਵੇਂ ਜੋਗਾ ਸਿੰਘ ਨੂੰ ਮੇਰੇ ਸਤਿਗੁਰੂ ਵੇਸ਼ਵਾਲ ਦੁਆਰੇ ਤੇ ਪਹਿਰਾ ਦੇਣਾ ਪਵੇ, ਫਿਰ ਮਹਾਰਾਜ ਗਰਕ ਨਹੀਂ ਹੋਣ ਦਿੰਦੇ। ਤੇ ਪਰਲੋਕ ਵਿੱਚ ਇਸ ਤਰੀਕੇ ਦੇ ਨਾਲ ਨਰਕਾਂ 'ਚ ਨਹੀਂ ਪੈਣ ਦਿੰਦੇ ਹਨ। ਚਉਪਈ ਅਦਕ ਪ੍ਰਸੰਨ ਭਈ ਤਬ ਸੰਗਤ। ਸਾਰੀ ਸੰਗਤ ਨੇ ਜਦੋਂ ਮਹਾਰਾਜ ਦੇ ਮੁਖ ਤੋਂ ਬਚਨ ਸੁਣੇ ਬਹੁਤ ਖੁਸ਼ ਹੋਈ ਹੈ। ਮੁਖ ਬਿਕਸੇ ਜਨ ਪੰਕਜ ਪੰਗਤ। ਤੋ ਇਉਂ ਸਭ ਸੰਗਤਾਂ ਦੇ ਮੁਖ ਬੈਰਾਗਮਈ ਸਨ ਪਹਿਲਾਂ, ਹੁਣ ਸਭਨਾਂ ਦੇ ਚਿਹਰੇ ਇਉਂ ਖਿੜ ਗਏ ਨੇ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਖਿੜਦੇ ਹਨ। ਤਬ ਹੋਵੇ ਖਰੋ ਬ੍ਰਿਧ ਤਤਕਾਲਾ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਖੜੇ ਹੋਏ ਗੁਰੂ ਚਰਨਾਂ ਵਿੱਚ। ਸੋ ਜਸ ਗੁਰੂ ਕੋ ਕਹਿਤ ਰਸਾਲਾ। ਹੁਣ ਬਾਬਾ ਬੁੱਢਾ ਸਾਹਿਬ ਜੀ ਗੁਰੂ ਦਾ ਜਸ ਕਰਨ ਲੱਗੇ ਨੇ। ਪਹਿਲਾਂ ਸਤਿਗੁਰਾਂ ਨੇ ਵਾਹਿਗੁਰੂ ਮੰਤਰ ਦਾ ਜਸ ਕੀਤਾ ਹੈ, ਹੁਣ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਦੇ ਪਰਮ ਸਿੱਖ ਸਤਿਗੁਰੂ ਦੀ ਮਹਿਮਾ ਉਚਾਰਨ ਕਰਨ ਲੱਗੇ ਹਨ। ਭੁਜੰਗ ਪ੍ਰਿਆਤ ਛੰਦ ਨਮੋ ਸਚ ਦਾਨੰਦ ਗੋਬਿੰਦ ਜੋਗੀ। ਇਹ ਮਹਾਰਾਜ ਜੋਗੀ ਸਭ ਵਿੱਚ ਜੁੜੇ ਹੋਏ ਜੋ ਸਤ ਚੇਤਨ ਆਨੰਦ ਸਰੂਪ ਹੋ। ਇਹ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਐਸੇ ਆਪ ਜੀ ਜੋ ਹੋ ਗੋਬਿੰਦ ਮੁਕਤੀ ਦਾਤਾ ਹੋ। ਤਰਲੋਕੀ ਪਤੀ ਆਪ ਭੋਗੀ ਆਪੋਗੀ। ਇਹ ਮਹਾਰਾਜ ਤਿੰਨਾਂ ਹੀ ਲੋਕਾਂ ਦੇ ਪਤੀ ਮਾਲਕ ਹੋ ਗੁਰੂ ਨਾਨਕ ਸਾਹਿਬ ਜੀ। ਸਭਨਾ ਹਿਰਦਿਆਂ ਵਿੱਚ ਬੈਠੇ ਭੋਗ ਲਾਉਂਦੇ ਹੋ ਵੀ ਅਭੋਗੀ, ਬਿਨਾ ਭੋਗ ਤੋਂ ਨਿਰਲੇਪ ਹੋ। ਨਿਰਾਕਾਰ ਕੋ ਰੂਪ ਸਕਾਰ ਹੋਇਓ। ਇਹ ਮਹਾਰਾਜ ਨਿਰਾਕਾਰ ਤੋਂ ਸਾਕਾਰ ਰੂਪ ਆਪ ਜੀ ਨੇ ਧਾਰਨ ਕੀਤਾ ਹੈ। ਨਿਰਗੁਣ ਤੇ ਸਰਗੁਣ ਹੋਏ ਹੋ ਆਪ। ਜਪੈ ਸਤ ਨਾਮੰ ਸਿੱਖੀ ਬੀਜ ਬੋਯੰ। ਜਿਹੜਾ ਸੱਚੇ ਨਾਮ ਵਾਹਿਗੁਰੂ ਦਾ ਸਿਮਰਨ ਤੁਸੀਂ ਬਖਸ਼ੀ, ਇਹ ਸਿੱਖੀ ਦਾ ਬੀਜ ਬੋਇਆ ਹੈ, ਬੀਜ ਬੀਜਿਆ ਸਿੱਖੀ ਦਾ ਨਾਮ ਰੂਪ। ਚਹੂ ਚੱਕ ਮੈਂ ਦੇਸ ਦੇਸੰ ਬਿਥਾਰੀ। ਚਾਰ ਚੱਕਾਂ ਦੇ ਵਿੱਚ, ਚਾਰ ਤਰਫਾਂ ਵਿੱਚ, ਦੇਸਾਂ ਵਿੱਚ, ਪ੍ਰਦੇਸਾਂ ਵਿੱਚ ਆਪ ਜੀ ਨੇ ਇਹ ਪਾਵਨ ਪਵਿੱਤਰ ਸਤਨਾਮ ਦਾ ਚੱਕਰ ਫਿਰਾਇਆ ਹੈ। ਗੁਰੂ ਆਪ ਹੋਵੇ ਸਿੱਖ ਕੀਨੰ ਅਪਾਰੀ। ਆਪ ਗੁਰੂ ਹੋ ਕਰਕੇ ਪਾਰਾਵਾਰ ਤੋਂ ਰਹਿਤ ਆਪ ਜੀ ਨੇ ਸਿੱਖ ਸਾਜੇ ਹਨ ਮਹਾਰਾਜ। ਦਇਓ ਗਿਆਨ ਕੋ ਦਾਨ ਦਾਸੰ ਵਿਸਾਲਾ। ਇਹ ਮਹਾਰਾਜ ਦਾਸਾਂ ਸੇਵਕਾਂ ਨੂੰ ਮਹਾਨ ਗਿਆਨ ਦਾ ਦਾਨ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਮੇਰੇ ਧੰਨ ਗੁਰੂ ਪਾਤਸ਼ਾਹ ਕਵੀ ਸੰਤੋਖ ਸਿੰਘ ਜੀ ਨੇ ਇਹ ਇਸ ਪ੍ਰਕਾਰ 14 ਪੋਥੀਆਂ ਵਿੱਚ ਜਿਹੜਾ ਇਤਿਹਾਸ ਲਿਖਿਆ ਨਾ ਦਸਾਂ ਗੁਰੂਆਂ ਦਾ, ਇਹ ਹੁਣ ਮੇਰੇ ਧੰਨ ਸਤਿਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਬਖਸ਼ਿਸ਼ ਹੈ। ਸੋ ਇਹ ਮਹਾਰਾਜ ਨੇ ਦਾਤ ਦਿੱਤੀ ਆਪਣੇ ਪਿਆਰਿਆਂ ਨੂੰ। ਕਲੀ ਮੈਂ ਦੁਖੀ ਦੇਖ ਜੀਵਨ ਕਿਰਪਾਲਾ। ਇਹ ਕਿਰਪਾਲੂ ਸਤਿਗੁਰੂ ਜੀ ਕਲਯੁਗ ਵਿੱਚ ਦੁਖੀ ਦੇਖ ਕਰਕੇ ਜੀਵਾਂ ਦੇ ਤਾਈ ਤੁਸਾਂ ਨੇ ਮਹਾਮੰਦ ਕੋ ਬ੍ਰਿੰਦ ਕੀਨੰ ਉਦਾਰੰ। ਜਿਹੜੇ ਮਹਾਨ ਮੰਦੀ ਮਤ ਵਾਲੇ ਲੋਕ ਸਨ, ਕੌਡੇ ਰਾਖਸ਼ ਵਰਗੇ ਬੰਦੇ ਹੀ ਮਾਰ ਕੇ ਖਾ ਜਾਂਦੇ, ਸੱਜਣ ਠੱਗ ਵਰਗੇ ਬੰਦੇ ਮਾਰ ਮਾਰ ਕੇ ਲੁੱਟਦੇ, ਮਹਾਰਾਜ ਸੱਚੇ ਪਾਇਆ ਇਹੋ ਜਿਹੇ ਮੰਦੇ ਲੋਕਾਂ ਦਾ ਬਹੁਤ ਉਧਾਰ ਕੀਤਾ ਆਪ ਜੀ ਨੇ। ਸਮਾਨੰ ਨ ਆਨੰ ਮਹਾਨੋ ਪਕਾਰੰ। ਇਹ ਮਹਾਰਾਜ ਮਹਾਨ ਪੁਕਾਰੂ ਭਾ ਮਹਾਨ ਪਰ ਉਪਕਾਰੀ ਹੋ ਆਪ ਜੀ। ਤੁਹਾਡੇ ਵਰਗਾ ਗੁਰੂ ਨਾਨਕ ਸਾਹਿਬ ਹੋਰ ਕੋਈ ਨਹੀਂ ਹੈ। ਅਹੋ ਰੂਪ ਸਾਖੀ ਬਸੋ ਦੇਹ ਸਾਰੇ। ਸਾਰੇ ਹੀ ਸਰੀਰਾਂ ਵਿੱਚ ਸਾਖੀ ਰੂਪ ਹੋ ਕਰਕੇ ਤੁਸੀਂ ਵਸ ਰਹੇ ਹੋ ਮਹਾਰਾਜ। ਚੇਤਨ ਸੱਤਾ ਤੁਹਾਡੀ ਹੈ। ਅਕਰਤਾ ਅਭੁਗਤਾ ਸੰਯੁਗਤਾ ਵਿਚਾਰੇ। ਮਹਾਰਾਜ ਵਿਚਾਰ ਕੀਤੀ ਹੈ, ਸੰਯੁਕਤ ਜੁੜੇ ਹੋਏ ਸਾਰਿਆਂ ਵਿੱਚ ਹੋ, ਕਰਕੇ ਵੀ ਸਾਰਾ ਕੁਝ, ਸਾਰੇ ਕਰਮ ਵੀ ਕਰਾਉਂਦੇ ਹੋ, ਫਿਰ ਕਰਤਾ ਹੋ, ਤੁਹਾਨੂੰ ਕਿਸੇ ਕਰਮ ਦਾ ਫਲ ਨਹੀਂ। ਅਭੁਗਤਾ ਸਾਰੇ ਹਿਰਦਿਆਂ ਵਿੱਚ ਬੈਠੇ ਹੋਏ ਭੋਗ ਲਾਰੇ ਪਦਾਰਥਾਂ ਦੇ ਸਵਾਦ ਮਾਣਦੇ, ਲੇਕਿਨ ਮਹਾਰਾਜ ਕਿਸੇ ਦੇ ਭੋਗੀ ਤੁਸੀਂ ਇਸ ਪ੍ਰਕਾਰ ਜਿਹੜਾ ਹੈ ਫਲ ਭੋਗਣ ਨੂੰ ਤੁਸੀਂ ਮਹਾਰਾਜ ਨਿਰਲੇਪ ਹੋ। ਸਦਾ ਦੀਨ ਬੰਧੂ ਸਰਣਯੰ ਮਹਾਨੇ। ਮਹਾਨ ਸ਼ਰਨ ਦੇ ਦਾਤੇ ਹੋ, ਗਰੀਬਾਂ ਦੇ ਸੰਬੰਧੀ ਸਤਿਗੁਰੂ ਨਾਨਕ ਸਾਹਿਬ ਜੀ ਆਪ ਹੋ। ਜਪੇ ਨਾਮ ਜੋ ਆਪ ਕੋ ਪ੍ਰੇਮ ਠਾਨੇ। ਜਿਹੜਾ ਪ੍ਰੇਮ ਕਰਕੇ ਮਹਾਰਾਜ ਤੁਹਾਡਾ ਬਖਸ਼ਿਆ ਹੋਇਆ ਪਵਿੱਤਰ ਨਾਮ ਜਪੇਗਾ, ਜਪਦਾ ਹੈ, ਤਿਸੇ ਹਾਥ ਦੇ ਅੰਤ ਲੇਵ ਬਚਾਈ। ਅਖੀਰਲੇ ਸਮੇਂ ਤੱਕ ਮਾਰੇ ਹੱਥ ਦੇ ਕੇ ਬਚਾ ਲੈਂਦੇ ਹੋ, ਜਮਦੂਤਾਂ ਤੋਂ, ਕਾਲ ਤੋਂ, ਇਸ ਪ੍ਰਕਾਰ ਨਰਕਾਂ ਤੋਂ ਬਚਾਉਂਦੇ ਹੋ। ਨਿਜੰ ਦਾਸ ਕੇ ਆਪ ਹੋਵੋ ਸਹਾਈ।
ਸਹਾਈ। ਆਪਣੇ ਦਾਸਾਂ ਦੇ ਸਿੱਖਾਂ ਸੇਵਕਾਂ ਦੀ ਸਹਾਇਤਾ ਕਰਦੇ ਹੋ, ਆਪ ਸਹਾਈ ਹੁੰਦੇ ਹੋ। ਧਰਿਓ ਬੰਸ ਬੇਦੀਨ ਮੈਂ ਰੂਪ ਜੋਈ। ਇਹ ਮਹਾਰਾਜ, ਇਹ ਜਿਹੜਾ ਤੁਸੀਂ ਬੇਦੀ ਬੰਸ ਵਿੱਚ ਰੂਪ ਧਾਰਨ ਕੀਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਭਜੇ ਧਿਆਨ ਠਾਨੇ ਪਰੇ ਸਰਨ ਕੋਈ। ਜਿਹੜਾ ਵੀ ਤੁਹਾਡੀ ਸ਼ਰਨ ਵਿੱਚ ਪੈ ਜਾਵੇ, ਭਜਨ ਕਰੇ ਤੁਹਾਡੀ ਸ਼ਰਨ ਵਿੱਚ ਪੈ ਕਰਕੇ, ਨਸੰਸੇ ਗਤੀ ਪਰਮ ਪਾਵੇ ਆਨੰਦੰ। ਤੋ ਆਨੰਦ ਦੀ ਪਰਮ ਗਤੀ ਨੂੰ ਪ੍ਰਾਪਤ ਉਹ ਕਰ ਲਏਗਾ। ਮਹਾਰਾਜ, ਕੋਈ ਵੀ ਤੁਹਾਡੀ ਸ਼ਰਨ 'ਚ ਪੈ ਕਰਕੇ ਜਪੇ, ਕੋਈ ਭਿੰਨ ਭੇਦ ਨਹੀਂ ਹੈ। ਸਮੁੱਚੀ ਮਨੁੱਖਤਾ ਵਿੱਚੋਂ ਜਿਹੜਾ ਵੀ ਤੁਹਾਡੀ ਸ਼ਰਨ ਪੈ ਕਰਕੇ ਨਾਮ ਦਾ ਸਿਮਰਨ ਕਰੇ, ਉਹਦਾ ਉਧਾਰ ਹੋ ਜਾਂਦਾ ਹੈ। ਨਮੋ ਪਾਦ ਕੰਜੰ ਬੇਲੰਦੇ ਮੁਕੰਦੰ। ਮਹਾਨ ਮੁਕਤੀ ਦੇ ਦਾਤਾ ਜੀ, ਤੁਹਾਡੇ ਚਰਨਾਂ ਕਮਲਾਂ ਤੇ ਸਾਡੀ ਨਮਸਕਾਰ ਹੈ। ਮਹਾਮਾਨ ਮੋਹਾਦ ਮਾਤੇ ਮਤੰਗੰ। ਜਿਹੜੇ ਹਾਥੀਆਂ ਵਰਗੇ ਮਸਤ ਸਨ, ਇਸ ਪ੍ਰਕਾਰ ਮੋਹ ਤੇ ਮਾਣ ਵਿੱਚ ਮਤੇ ਮਸਤ ਸਨ। ਹਿਰਦੇ ਕਾਨਨੰ ਦਾਸ ਕੇ ਸਿੰਘ ਅੰਗੰ। ਮਹਾਰਾਜ, ਆਪ ਜੀ ਦੇ ਗੁਰਸਿੱਖਾਂ ਦੇ ਹਿਰਦੇ ਰੂਪ ਜੰਗਲ ਵਿੱਚ ਤੁਸੀਂ ਸ਼ੇਰ ਦੀ ਨਿਆਈ ਹੋ। ਇਹ ਮੋਹ ਤੇ ਹੰਕਾਰ ਆਦਿਕ ਹਾਥੀਆਂ ਨੂੰ ਵਿਨਾਸ਼ ਕਰਨ ਦੇ ਸਮਰੱਥ ਹੋ। ਰਹੋ ਸਿੱਖ ਕੇ ਅੰਗ ਸੰਗੰ ਸਦਾਈ। ਇਹ ਮਹਾਰਾਜ, ਤੁਸੀਂ ਆਪਣੇ ਗੁਰਸਿੱਖਾਂ ਦੇ ਸਦਾ ਹੀ ਅੰਗ ਸੰਗ ਰਹਿੰਦੇ ਹੋ। हे ਮਾਲਕ ਜੀ, ਹਾਜ਼ਰ ਨਾਜ਼ਰ ਰਹਿੰਦੇ ਹੋ। ਨਹੀਂ ਰੋਮ ਬਾਂਕੋ ਕਰੇ ਕੋਈ ਜਾਈ। ਮਹਾਰਾਜ, ਕੋਈ ਵੀ ਜਾ ਕੇ ਸਿੱਖਾਂ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਜੀ, ਤੁਸੀਂ ਸਮਰੱਥ ਰੱਖਿਆ ਕਰਨ ਵਾਲੇ ਹੋ। ਗਿਨੈ ਕੋ ਗੁਣੰ ਪਾਰ ਪਾਵੇ ਨਾ ਕੋਈ। ਕੌਣ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਜੋ ਤੁਹਾਡੇ ਗੁਣਾਂ ਦੀ ਗਿਣਤੀ ਕਰੇ, ਕੋਈ ਪਾਰ ਸਿਰਾ ਅੰਤ ਨਹੀਂ ਪਾ ਸਕਦਾ ਹੈ। ਮਹਾਨੰ ਮਹੀਆਨ ਰੂਪੰ ਜੇ ਹੋਈ। ਜਿਹੜਾ ਤੁਹਾਡਾ ਵੱਡਿਆਂ ਤੋਂ ਵੀ ਵੱਡਾ, ਮਹਾਨ ਤੋਂ ਮਹੀਆਨ ਵੱਡਾ ਸਰੂਪ ਹੈ ਜੀ। ਨਿਜੰ ਸਰੇ ਹੇਤੰ ਭਜੇ ਜੌਨ ਕੌਨੰ। ਜਿਹੜਾ ਕਿਹੜਾ ਵੀ ਆਪਣੀ ਮੁਕਤੀ ਵਾਸਤੇ ਭਜਨ ਕਰੇਗਾ, ਤੁਹਾਡਾ ਧਿਆਨ ਕਰੇਗਾ ਮਹਾਰਾਜ। ਦਇਆ ਧਾਰ ਦੇਵ ਮਹਾਮੋਦ ਤੋਨੰ। ਤੋ ਮਹਾਮੋਦ, ਮਹਾਨ ਖੁਸ਼ੀ ਦਇਆ ਧਾਰਨ ਕਰਕੇ ਮਹਾਰਾਜ ਉਹਨਾਂ ਨੂੰ ਬਖਸ਼ਿਸ਼ ਕਰਦੇ ਹੋ ਆਪ। ਮਹਾ ਦੁਖ ਸਿੰਦੰ ਪ੍ਰਭੂ ਹੋ ਅਗਸਤੰ। हे ਮਹਾਰਾਜ, ਮਹਾਨ ਦੁੱਖ ਜਿਹੜੇ ਨੇ ਇਸ ਪ੍ਰਕਾਰ ਦੁਨੀਆ ਨੂੰ, ਇਹ ਨੇ ਮਹਾਨ ਵੱਡਾ ਸਮੁੰਦਰ, ਤੇ ਤੁਸੀਂ ਅਗਸਤ ਮੁਨੀ ਬਣ ਕੇ 2.5 ਚੁੜੀਆਂ ਵਿੱਚ ਪੀ ਜਾਣ ਵਾਲੇ ਮਹਾਰਾਜ, ਸੁਖਦਾਈ ਹੋ। ਸਮਸਤੰ ਨਿਵਾਸੋ ਬਿਲਾਸੋ ਸਮਸਤੰ। ਇਹ ਮਹਾਰਾਜ, ਸਭਨਾਂ ਵਿੱਚ ਵਾਸਾ ਕਰਦੇ ਹੋ, ਸਭਨਾਂ ਵਿੱਚ ਆਪ ਜੀ ਹੀ ਵਾਸ ਕਰਕੇ ਸਭ ਬਿਲਾਸ ਆਨੰਦ ਕਰਦੇ ਹੋ, ਕੌਤਕ ਕਰਦੇ ਹੋ। ਦਈ ਮੋਖ ਕੋਟਾਨ ਜੇ ਮੋਹ ਗਰਸਤੰ। ਜਿਹੜੇ ਮੋਹ ਦੇ ਗਰਾਸੇ ਹੋਏ ਸਨ, ਉਹਨਾਂ ਦੇ ਤਾਈਂ ਕਰੋੜਾਂ ਦੇ ਤਾਈਂ ਮਹਾਰਾਜ ਤੁਸੀਂ ਮੁਕਤੀ ਬਖਸ਼ਿਸ਼ ਕੀਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਅਨੇਕਾਂ ਦਾ ਉਧਾਰ ਕੀਤਾ ਆਪ ਜੀ ਨੇ। ਸਦਾ ਜੈ ਨਮਸਤੰ ਨਮਸਤੰ। ਸਦਾ ਜੈ ਹੋਵੇ ਗੁਰੂ ਨਾਨਕ ਸਾਹਿਬ ਜੀ। ਨਮਸਤੰ ਨਮਸਤੰ ਨਮਸਤੰ। ਤੁਹਾਨੂੰ ਨਮਸਕਾਰ ਹੈ ਮਨ ਬਾਣੀ ਸਰੀਰ ਕਰਕੇ। ਦੋਹਰਾ ਸ੍ਰੀ ਬੁੱਢੇ ਅਸ਼ਟਕ ਕਰਿਓ। ਹੁਣ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਿੱਚ ਅਸ਼ਟਕ 8 ਪਦ ਉਚਾਰਨ ਕੀਤੇ ਨੇ। ਪਹਿਲਾਂ ਵਾਹਿਗੁਰੂ ਮੰਤਰ ਦੇ 8 ਪਦ ਸਨ। 8 ਪਦ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਦੀ ਮਹਿਮਾ ਵਿੱਚ ਜਿਹੜੇ ਨੇ ਕਥਨ ਕੀਤੇ ਹਨ। ਸੁਨ ਸਤਿਗੁਰ ਸੁਖਦਾਈ। ਤੋ ਮੇਰੇ ਸਤਿਗੁਰੂ ਸੁਖਾਂ ਦੇ ਦਾਤੇ ਮਹਾਰਾਜ ਨੇ ਇਹ ਸਰਵਣ ਕੀਤਾ ਹੈ। ਭਾਈ ਪਦ ਬਖਸ਼ਨ ਕਰਿਓ। ਤੇ ਮੇਰੇ ਸਤਿਗੁਰੂ ਪ੍ਰਸੰਨ ਹੋ ਕਰਕੇ ਕਹਿੰਦੇ ਭਾਈ ਬੁੱਢਾ। ਭਾਈ ਪਦਵੀ ਐਵੇਂ ਨਹੀਂ ਮਿਲੀ, ਐਡੀ ਮਹਾਨ ਹੈ ਭਾਈ ਪਦਵੀ। ਤੋ ਮਹਾਰਾਜ ਦੀ ਕਿਰਪਾ ਦੇ ਨਾਲ ਇਦਾਂ ਨਾ ਮਹਾਂਪੁਰਖਾਂ ਦੀ ਬਖਸ਼ਿਸ਼ ਨਾਲ ਵਿਚਰਦਿਆਂ ਹੋਇਆਂ, ਪ੍ਰਚਾਰ ਕਰਦਿਆਂ, ਜੋ ਤਖਤ ਸਾਹਿਬ ਦੀ ਸੇਵਾ ਸੀ, ਦਾਸ ਮਾਲਵੇ ਦੀ ਧਰਤੀ ਤੇ ਵਿਚਰ ਰਿਹਾ ਸੀ, ਤੇ ਇੱਕ ਬਜ਼ੁਰਗ ਮਿਲੇ। ਜਿਸ ਵੇਲੇ ਇਹ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਸੰਤ ਸਮਾਜ ਹੋਏ ਸਨ, ਉਹਨਾਂ ਦੇ ਸਕੱਤਰ ਰਹੇ ਸਨ ਉਹ। ਤੇ ਉਹਨਾਂ ਨੇ ਜ਼ਿਕਰ ਦੱਸਿਆ, ਕਹਿੰਦੇ ਵੀ ਇੱਕ ਵਾਰ ਇਸ ਤਰ੍ਹਾਂ ਸੰਗਤ ਜੁੜੀ ਹੋਈ ਸੀ, ਤੇ ਉਹਦੇ ਵਿੱਚ ਮਹਾਰਾਜਾ ਪਟਿਆਲਾ ਨੇ ਆਉਣਾ ਸੀ, ਪਟਿਆਲਾ ਜੀ ਨੇ ਬੋਲਣਾ ਸੀ। ਤੇ ਉਹ ਸਕੱਤਰ ਸਾਹਿਬ ਜੀ ਨੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਉਹਨਾਂ ਨੇ ਭਾਈ ਭੁਪਿੰਦਰ ਸਿੰਘ ਜੀ ਹੁਣ ਜੀ ਸੰਗਤਾਂ ਨੂੰ ਸੰਬੋਧਨ ਕਰ ਰਹੇ। ਹੁਣ ਉਹਨਾਂ ਨੂੰ ਹਰ ਵੇਲੇ ਤੁਹਾਨੂੰ ਪਤਾ ਵੀ ਮਹਾਰਾਜਾ ਸਾਹਿਬ ਤੇ ਮਹਾਨ ਉਹ ਲੋਕੀ ਵਿਸ਼ੇਸ਼ਣ ਲਾਉਂਦੇ। ਉਹਨੇ ਬਹੁਤ ਗੁੱਸਾ ਕੀਤਾ। ਫਿਰ ਉਸ ਨੇ ਕਚਹਿਰੀ ਵਿੱਚ ਮੁਕੱਦਮਾ ਕਰ ਦਿੱਤਾ ਵੀ ਇਸ ਨੇ ਮੇਰੀ ਬੇਅਦਬੀ ਕੀਤੀ ਹੈ, ਮੈਨੂੰ ਮਹਾਰਾਜਾ ਸਾਹਿਬ ਨੇ ਕਿਹਾ, ਇਹਨੇ ਭਾਈ ਕਹਿ ਕੇ ਮੈਨੂੰ ਪੁਕਾਰਿਆ। ਜਿਸ ਵੇਲੇ ਕਹਿੰਦੇ ਤਰੀਕ ਪਈ ਜੱਜ ਦੇ ਸਾਹਮਣੇ, ਮਹਾਰਾਜ ਨੂੰ ਵੀ ਜਾਣਾ ਪੈਣਾ ਸੀ। ਜੱਜ ਦੇ ਸਾਹਮਣੇ ਗਏ, ਉਹ ਆਪ ਦੱਸਦੇ, ਕਹਿੰਦੇ ਸਾਡੀ ਹੱਡ ਬੀਤੀ ਆਏ। ਕਹਿੰਦੇ ਜਿਸ ਵੇਲੇ ਗਏ ਤੇ ਮੈਨੂੰ ਕਹਿੰਦੇ ਵੀ
ਆਪਣੇ ਸੱਜਣ ਕਹਿਣ ਲੱਗੇ ਵੀ ਵਕੀਲ ਦੀ ਲੋੜ ਆ। ਵਕੀਲ ਕਹਿੰਦੇ ਨਹੀਂ, ਆਪਾਂ ਹੀ ਵਕੀਲ ਬਥੇਰੇ ਆ। ਕਹਿੰਦੇ ਗੁਰੂ ਨਾਨਕ ਦਾ ਘਰ ਆ, ਕੀ ਲੋੜ ਆ ਵਕੀਲ ਦੀ। ਕਹਿੰਦੇ ਮੈਂ ਆਪੇ ਕਰ ਲੂੰਗਾ। ਜੱਜ ਦੇ ਸਾਹਮਣੇ ਪੇਸ਼ ਹੋਏ ਤਾਂ ਕਹਿੰਦੇ ਮਹਾਰਾਜਾ ਸਾਹਿਬ ਵੀ ਕੀ ਸ਼ਿਕਾਇਤ ਹੈ। ਕਹਿੰਦੇ ਮਹਾਰਾਜ ਇਹਨਾਂ ਨੇ ਮੈਨੂੰ ਭਾਈ ਕਹਿ ਕੇ ਪੁਕਾਰਿਆ ਤੇ ਮਹਾਰਾਜਾ ਸਾਹਿਬ ਨੇ ਕਿਹਾ। ਕਹਿੰਦੇ ਹਾਂਜੀ ਤੁਸੀਂ ਦੱਸੋ। ਕਹਿੰਦੇ ਜੱਜ ਸਾਹਿਬ, ਇਹ ਮਹਾਰਾਜਾ ਸਾਹਿਬ ਜੀ ਨੂੰ ਗੁਰਸਿੱਖੀ ਦਾ ਪਤਾ ਹੋਣਾ ਚਾਹੀਦਾ ਹੈ। ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਭਾਈ ਬੁੱਢਾ ਸਾਹਿਬ, ਭਾਈ ਮਰਦਾਨਾ ਸਾਹਿਬ, ਭਾਈ ਬਾਲਾ ਸਾਹਿਬ, ਭਾਈ ਪਦਵੀ ਗੁਰੂ ਨਾਨਕ ਨੇ ਸਭ ਤੋਂ ਵੱਡੀ ਦਿੱਤੀ ਤੇ ਮਹਾਰਾਜ ਤੇ ਬਹੁਤ ਛੋਟੇ ਨੇ। ਕਹਿੰਦੇ ਜੱਜ ਹੱਸ ਪਿਆ, ਕਹਿੰਦੇ ਮਹਾਰਾਜ ਸਾਹਿਬ ਤੁਹਾਨੂੰ ਆਪਣੀ ਸਿੱਖੀ ਦਾ ਨਹੀਂ ਪਤਾ ਇੰਨਾ। ਮਹਾਰਾਜਾ ਸਾਹਿਬ ਵੀ ਅੱਖਾਂ ਨੀਵੀਆਂ ਕਰਕੇ ਬਾਹਰ ਨੂੰ ਤੁਰ ਪਏ। ਕਹਿੰਦੇ ਵੀ ਗੱਲ ਤੇ ਠੀਕ ਸੀ। ਭਾਈ ਪਦਵੀ ਧੰਨ ਗੁਰੂ ਨਾਨਕ ਸਾਹਿਬ ਸੱਚਖੰਡ ਨੂੰ ਜਾਣ ਲੱਗੇ ਨੇ, ਅਸ਼ਟਕ ਮਹਾਰਾਜ ਦੇ ਮਹਿਮਾ ਚ ਉਚਾਰਨ ਕੀਤਾ ਤੇ ਮਹਾਰਾਜ ਨੇ ਫਿਰ ਭਾਈ ਪਦਵੀ ਬਾਬਾ ਬੁੱਢਾ ਸਾਹਿਬ ਨੂੰ ਭਾਈ ਬੁੱਢਾ ਜੀ ਕਿਹਾ ਹੈ। ਇਤਨੀ ਮਹਾਨ ਪਦਵੀ ਬਖਸ਼ਿਸ਼ ਕੀਤੀ ਹੈ। ਸੁਨਤ ਸਿੱਖ ਸਮੁਦਾਇ ਹਾਏ ਸਮੂਹ ਜਿਤਨੇ ਸਿੱਖ ਜੁੜੇ ਨੇ ਸੁਣਿਆ ਉਹਨਾਂ ਨੇ। ਚੌਪਈ ਪੜ੍ਹੈ ਸੁਨਹਿ ਅਸ਼ਟਕ ਮਨ ਲਾਵਹਿ। ਲਓ ਜੀ ਕਹਿੰਦੇ ਨੇ ਕਵੀ ਸਾਹਿਬ ਜੀ, ਕਹਿੰਦੇ ਆ ਜਿਹੜਾ ਅਸ਼ਟਕ ਹੈ ਨਾ ਸਤਿਗੁਰਾਂ ਦੀ ਸੋਭਾ ਵਿੱਚ, ਜੋ ਪ੍ਰੇਮ ਨਾਲ ਮਨ ਲਾ ਕੇ ਪੜ੍ਹ ਲਵੇ, ਪ੍ਰੇਮ ਨਾਲ ਮਨ ਲਾ ਕੇ ਇਸ ਨੂੰ ਸੁਣ ਲਵੇ, ਸੋ ਜਨ ਸਕਲ ਪਦਾਰਥ ਪਾਵਹਿ। ਸਾਰੇ ਪਦਾਰਥ ਮਿਲ ਜਾਣਗੇ। ਉਸ ਨੂੰ ਕੋਈ ਐਸੀ ਵਸਤੂ ਜਿਹੜੀ ਨਾ ਮਿਲੇ। ਧੰਨ ਮੇਰੇ ਗੁਰੂ ਨਾਨਕ ਦੀ ਖੁਸ਼ੀ ਮਿਲ ਜਾਂਦੀ ਹੈ। ਤਿਨ ਕੇ ਨਾਨਾ ਰੋਗ ਨਿਵਾਰੈ। ਅਨੇਕ ਪ੍ਰਕਾਰ ਦੇ ਰੋਗ ਵੀ ਨਿਵਰਤ ਹੋ ਜਾਂਦੇ ਨੇ ਸਤਿਗੁਰੂ ਦੀ ਸੋਭਾ ਕਰਨ ਦੇ ਨਾਲ। ਮਨ ਤੇ ਕਾਮ ਕ੍ਰੋਧ ਬਿਦਾਰੈ। ਕਾਮ ਕ੍ਰੋਧ ਆਦਿਕ ਪੰਜੇ ਹੀ ਵਿਕਾਰ ਚੋਰ ਜਿਹੜੇ ਨੇ ਸਾਡੇ ਦੁਆਲੇ ਹੋਏ, ਸੋ ਕਹਿੰਦੇ ਸਾਰੇ ਹੀ ਨੱਸ ਜਾਂਦੇ ਨੇ ਜਦੋਂ ਮੇਰੇ ਸਤਿਗੁਰੂ ਦਾ ਇਹ ਅਸ਼ਟਕ ਪੜ੍ਹੀਏ ਸੁਣੀਏ। ਸੁਨ ਕਰ ਸਗਰੀ ਸੰਗਤ ਮੋਦਾ। ਤਾਂ ਸਾਰੀ ਸੰਗਤ ਸੁਣ ਕੇ ਬਹੁਤ ਖੁਸ਼ ਹੋਈ ਹੈ। ਜੈ ਜੈ ਸ਼ਬਦ ਬਦਤ ਚਾਹੂੰ ਕੋਦਾ। ਚਾਰ ਚੁਫੇਰੇ ਮਹਾਰਾਜ ਦੇ ਜੁੜੀਆਂ ਸੰਗਤਾਂ ਜੈ ਗੁਰੂ ਨਾਨਕ ਧੰਨ ਗੁਰੂ ਨਾਨਕ ਦੇ ਇਸ ਤਰੀਕੇ ਦੇ ਨਾਲ ਭਾਈ ਨਾਰੇ ਲਾਉਂਦੇ ਹਨ। ਮਹਾ ਮਹਾਤਮ ਸਤਿਗੁਰ ਕੇਰਾ। ਕਹਿੰਦੇ ਵੀ ਮਹਾਨ ਮਹਾਤਮ ਫਲ ਹੈ ਧੰਨ ਗੁਰੂ ਨਾਨਕ ਮਹਾਰਾਜ ਦੇ ਜਸ ਦਾ, ਗੁਰੂ ਦੇ ਦਰਸ਼ਨਾਂ ਦਾ। ਦਰਸ਼ਨ ਕੋ ਦਰਸਤ ਚਾਹੋ ਫੇਰਾ। ਭਾਈ ਚਾਰ ਚੁਫੇਰੇ ਸੰਗਤਾਂ ਦਰਸ਼ਨ ਕਰਦੀਆਂ ਨੇ। ਇਹ ਅਚਰਜਤਾ ਦਿਖਾਈ ਭਾਈ ਸਾਹਿਬ ਜੀ ਹੋਣਾ ਨੇ। ਕਹਿੰਦੇ ਧੰਨ ਬਾਰੇ ਸਤਿਗੁਰੂ ਪਾਤਸ਼ਾਹ ਜਿਸ ਰੂਪ ਵਿੱਚ ਵੀ ਵਿਰਾਜਮਾਨ ਹੁੰਦੇ, ਸੰਗਤਾਂ ਚਾਰ ਚੁਫੇਰੇ ਘੇਰਾ ਪਾ ਲੈਂਦੀਆਂ। ਤੇ ਅਚਰਜਤਾ ਇਸ ਗੱਲ ਦੀ ਸੀ ਭਾਈ ਜਿਤਨੀ ਵੀ ਸੰਗਤ ਕੋਈ ਚਾਰ ਚੁਫੇਰੇ ਬੈਠੀ ਹੈ, ਹਰ ਕੋਈ ਗੁਰੂ ਨਾਨਕ ਦੇ ਤੇ ਮੇਰੇ ਧੰਨ ਸਤਿਗੁਰੂ ਦਸਾਂ ਸਰੂਪਾਂ ਦਾ, ਸਾਰੀ ਸੰਗਤ ਨੂੰ ਚਿਹਰੇ ਦਾ ਦਰਸ਼ਨ ਹੁੰਦਾ ਸੀ, ਕਿਸੇ ਨੂੰ ਪਿੱਠ ਦਾ ਦਰਸ਼ਨ ਨਹੀਂ ਸੀ ਹੁੰਦਾ। ਇਸ ਵਾਸਤੇ ਚੌਂ ਕੋਦਾ ਚਾਰ ਚੁਫੇਰੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੇ ਜੁੜੀਆਂ ਸੰਗਤਾਂ ਦਰਸ਼ਨ ਗੁਰੂ ਦੇ ਮੁਖ ਦੇ ਕਰ ਰਹੀਆਂ ਹਨ। ਬਹੁਰੋ ਕਹਿਓ ਕਨਾਤ ਤਨੀਜੈ। ਫਿਰ ਕਹਿੰਦੇ ਹਜੂਰ ਨੇ ਹੁਕਮ ਕੀਤਾ ਹੁਣ ਭਾਈ ਏਦਾਂ ਕਰੋ, ਸਮਾਂ ਹੋ ਗਿਆ, ਇਸ ਵਾਸਤੇ ਚਾਰ ਚੁਫੇਰੇ ਕਨਾਤ ਤਾਣ ਦਿਓ ਸਾਡੇ ਹੁਣ। ਚੌਹ ਦਿਸ ਮਹਾ ਮਹਿ ਘੇਰਾ ਕਰ ਲੀਜੈ। ਤੇ ਇਸ ਪ੍ਰਕਾਰ ਕਨਾਤ ਤਾਣ ਕੇ ਤੇ ਸੰਗਤਾਂ ਬਾਰ-ਬਾਰ ਘੇਰਾ ਕਰ ਲੋ ਚਾਰ ਚੁਫੇਰੇ। ਸਰਬ ਨਿਕਾਸ ਕੇ ਬਾਹਰ ਜਾਵਹੁ। ਤੇ ਇਸ ਕਨਾਤ ਦੇ ਅੰਦਰੋਂ ਸਭ ਬਾਕੀ ਸੰਗਤਾਂ ਬਾਹਰ ਚਲੀਆਂ ਜਾਣ। ਸਤਨਾਮ ਸਿਮਰਹੁ ਗੁਣ ਗਾਵਹੁ। ਤੇ ਗੁਣ ਗਾਇਨ ਕਰੋ ਤੇ ਜੋ ਨਾਮ ਤੁਹਾਨੂੰ ਬਖਸ਼ਿਸ਼ ਕੀਤਾ ਨਾ, ਮਹਿਮਾ ਦੱਸੀ, ਇਸ ਵਾਹਿਗੁਰੂ ਨਾਮ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ। ਸੁਨ ਤਿਹ ਛਿਨ ਦਾਸਨ ਤਤਕਾਲਾ। ਤਾਂ ਜਿਸ ਵੇਲੇ ਸੇਵਕਾਂ ਨੇ, ਹਜੂਰੀ ਸੇਵਕਾਂ ਨੇ ਮਹਾਰਾਜ ਦਾ ਹੁਕਮ ਸੁਣ ਲਿਆ, ਘੇਰੀ ਤਹਾਂ ਕਨਾਤ ਵਿਸਾਲਾ। ਵੱਡੀ ਸਾਰੀ ਕਨਾਤ ਚਾਰ ਚੁਫੇਰੇ ਤਾਣ ਦਿੱਤੀ ਹੈ। ਅੰਬਰ ਪਾਏ ਬਦਨ ਪਰ ਸਵੇਤਾ। ਚਿੱਟੇ ਰੰਗ ਦਾ ਬਸਤਰ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੇ ਸਰੀਰ ਤੇ ਪਾ ਲਿਆ ਹੈ। ਪੌਡੇ ਪੁਨ ਬੇਦੀ ਕੁਲ ਕੇਤਾ। ਬੇਦੀ ਕੁਲ ਦੇ ਨਿਸ਼ਾਨ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਰਾਜ ਗਏ ਹਨ ਧਰਤੀ ਤੇ। ਰੌਰ ਪਰਾ ਸਗਰੇ ਨਰ ਮਾਹੀ। ਸਭ ਲੋਕਾਂ ਸੰਗਤਾਂ ਦੇ ਵਿੱਚ ਉਸ ਵੇਲੇ ਭਾਈ ਬੜਾ ਭਾਰੀ ਸ਼ੋਕ ਹੋਇਆ ਹੈ, ਬੜਾ ਰੌਲਾ ਪਿਆ। ਲੋਚਨ ਤੇ ਜਲ ਧਾਰ ਚੁਵਾਹੀ। ਸਭ ਸੰਗਤਾਂ ਨੇ ਨੇਤਰਾਂ ਦੇ ਵਿੱਚੋਂ ਵਿਰਾਗ ਦਾ ਜਲ ਜਿਹੜਾ ਚੁਆਇਆ ਹੈ। ਸਾਧ ਸੰਗਤ ਇੱਕ ਤਾਂ ਹੈ ਜਿਹੜਾ ਪਰਿਵਾਰਾਂ ਵਿੱਚ ਮੋਹ ਮਮਤਾ ਦੇ ਨਾਲ ਵਿਰਾਗ ਆਉਂਦਾ ਹੈ, ਪਰ ਇਹ ਜਿਹੜਾ ਸੱਚੇ ਸਤਿਗੁਰਾਂ ਦਾ, ਆਪਣੇ ਸੱਚੇ ਪ੍ਰੇਮੀ ਮਹਾਂਪੁਰਸ਼ਾਂ ਦਾ ਜਿਹੜਾ ਇਹ ਮਨ ਦੇ ਵਿੱਚ ਵਿਛੋੜੇ ਦੇ ਵੇਲੇ ਜਿਹੜਾ ਐਸਾ ਜਲ ਆਉਣਾ ਹੈ, ਇਹ ਪ੍ਰੇਮ ਦਾ ਪ੍ਰਤੀਕ ਹੁੰਦਾ ਹੈ। ਤਾਂ ਧੰਨ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਗਏ ਨੇ।
ਤੇ ਸਭ ਸੰਗਤਾਂ ਨੇ ਗੁਰੂ ਸਾਹਿਬ ਦੇ ਵਿਛੋੜੇ ਦਾ ਇਹ ਵਿਰਾਗ, ਆਪਣਾ ਪ੍ਰੇਮ ਜਿਹੜਾ ਹੈ ਪ੍ਰਗਟ ਕੀਤਾ ਹੈ। ਰੌਰ ਪਰਾ ਸਗਰੇ ਨਰ ਮਾਹੀ, ਸਭ ਲੋਕਾਂ ਵਿੱਚ ਰੌਲਾ ਪਿਆ ਵੀ ਧੰਨ ਗੁਰੂ ਸਾਹਿਬ ਜੀ ਸੱਚਖੰਡ ਚਲੇ ਗਏ। ਲੋਚਨ ਤੇ ਜਲ ਧਾਰ ਚਵਾਹੀ, ਨੇਤਰਾਂ ਚੋਂ ਸਾਰਿਆਂ ਜਲ ਦੀ ਧਾਰਾ ਚੱਲ ਰਹੀ ਹੈ। ਹੋਣ ਲੱਗੀ ਸਭ ਸੌਜ ਤਿਆਰੇ, ਸਾਰੀ ਸਮੱਗਰੀ ਤਿਆਰ ਹੋਣ ਲੱਗੀ ਆ ਸਤਿਗੁਰੂ ਦੇ ਸੰਸਕਾਰ ਦੀ। ਸੰਦਲ ਧਰਿਓ ਆਨ ਬਹੁ ਭਾਰੇ, ਬਹੁਤ ਸਾਰਾ ਚੰਦਨ ਦੀਆਂ ਲੱਕੜਾਂ ਦਾ ਜਿਹੜਾ ਸੀ ਉਹ ਭਾਰ ਲਿਆਣ ਕਰਕੇ ਰੱਖਿਆ ਹੈ। ਪੁਸ਼ਪ ਸੁਗੰਧ ਕ੍ਰਿਤ ਬਹੁ ਆਨਾ, ਬਹੁਤ ਫੁੱਲ ਲਿਆਂਦੇ ਨੇ, ਬਹੁਤ ਸਾਰਾ ਘਿਓ ਲਿਆਂਦਾ ਹੈ ਸੰਸਕਾਰ ਲਈ। ਤਿਲ ਆਦਿਕ ਸਭ ਕੀਨ ਮਹਾਨਾ, ਹੋਰ ਜਿਹੜਾ ਸਾਜੋ ਸਮੱਗਰੀ ਲੋੜ ਸੀ ਉਹ ਵੀ ਲਿਆਂਦੀ ਹੈ। ਰੁਦਨ ਕਰਹਿ ਸਭ ਹੀ ਨਰ ਨਾਰੀ, ਸਭ ਭਾਈ ਸਿੱਖ ਸੰਗਤਾਂ ਗੁਰੂ ਦੇ ਪਿਆਰ ਵਾਲੀਆਂ ਜੁੜੀਆਂ ਨੇ, ਸਭ ਵਿਰਾਗ ਕਰ ਰਹੀਆਂ ਨੇ। ਸ੍ਰੀ ਨਾਨਕ ਗੁਣ ਨਾਮ ਉਚਾਰੀ, ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਉਚਾਰਦੀਆਂ ਨੇ ਸਾਰੀਆਂ ਸੰਗਤਾਂ, ਨਾਮ ਜਪਦੀਆਂ ਹਨ। ਇਤਨੇ ਮਹਿ ਪਠਾਨ ਤਹ ਆਏ, ਇੰਨੇ ਨੂੰ ਇੱਕ ਪਠਾਨ ਲੋਕ ਸਨ, ਉਹ ਆ ਗਏ ਹਨ। ਦਰਸ ਕਰਨ ਹਿਰਦੇ ਲਲਚਾਏ, ਜਿਨ੍ਹਾਂ ਦੇ ਮਨ ਵਿੱਚ ਲਾਲਸਾ ਹੈ ਗੁਰੂ ਨਾਨਕ ਸਾਹਿਬ ਦੇ ਅੰਤਿਮ ਸਮੇਂ ਦਰਸ਼ਨ ਕਰਨ ਦੀ। ਸ਼ਸਤਰਨ ਜੁਗਤ ਸੋ ਮਨ ਜੁਕ ਨੇਰੇ, ਉਹ ਭਾਈ ਬਹੁਤ ਸਾਰੇ ਲੋਕ ਗੁਰੂ ਨਾਨਕ ਦੇ ਸਿੱਖ ਸ਼ਰਧਾਲੂ ਸਨ, ਸ਼ਸਤਰ ਧਾਰੀ ਸੂਰਮੇ ਸਨ। ਉਹ ਉਤੇ ਮੁਰੀਦ ਗੁਰੂ ਪਗ ਕੇਰੇ, ਧੰਨ ਗੁਰੂ ਨਾਨਕ ਦੇ ਚਰਨਾਂ ਦੇ ਮੁਰੀਦ ਸਨ, ਸਿੱਖ ਸਨ ਮਹਾਰਾਜ ਦੇ। ਚੌਹ ਦਿਸ ਤਨੀ ਕਨਾਤ ਬਿਸਾਲਾ, ਚਾਰ ਚਫੇਰੇ ਆਣ ਕੇ ਦੇਖੀ ਕਨਾਤ ਤਾਣੀ ਹੋਈ ਪੜਦਾ ਹੈ। ਕਿਸ ਹੋਣਾ ਦਰਸ ਹੋਤ ਤਿਹ ਕਾਲਾ, ਤੇ ਉਸ ਵੇਲੇ ਕਿਸੇ ਨੂੰ ਦਰਸ਼ਨ ਨਹੀਂ ਹੋ ਰਿਹਾ ਜਦੋਂ ਇਹ ਪਠਾਨ ਲੋਕ ਪਹੁੰਚੇ ਹਨ। ਦੇਖ ਪਠਾਨ ਹਿਰਦੇ ਬਿਸਮਾਏ, ਦੇਖ ਕਰਕੇ ਪਠਾਨ ਲੋਕ ਹੈਰਾਨ ਹੋ ਗਏ ਦੇਖ ਕੇ ਵੀ ਇਹ ਕੀ ਬਣਿਆ। ਦਰਸ ਨਿਰਾਸ ਹਿਰਦੇ ਅਕੁਲਾਏ, ਮਨ ਕਾਲੇ ਪੈ ਗਏ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਹੋਣੇ ਕਰਕੇ। ਖਰੇ ਲੋਕ ਚਹੁ ਦਿਸ ਰਖਵਾਰੀ, ਤੇ ਚਾਰ ਚਫੇਰੇ ਕਨਾਤਾਂ ਦੀ ਰਾਖੀ ਕਰਨ ਵਾਸਤੇ ਭਾਈ ਸੰਗਤਾਂ ਜੁੜ ਬੈਠੀਆਂ ਸਨ। 300 ਖਾਨਨ ਗਿਰਾ ਉਚਾਰੀ, ਉਹਨਾਂ ਖਾਨਾਂ ਨੇ ਆਣ ਕਰਕੇ ਬੇਨਤੀ ਕੀਤੀ ਸੰਗਤਾਂ ਨੂੰ, ਤੁਮ ਹੋ ਸਿੱਖ ਗੁਰੂ ਗੁਣ ਖਾਨੀ, ਉਹਨਾਂ ਦੇ ਖਜ਼ਾਨੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਤੁਸੀਂ ਸਿੱਖ ਲੋਕ ਹੋ। ਹਮ ਮਰੀਦ ਹੈ ਸਭ ਜਗ ਜਾਨੀ, ਸਾਰਾ ਜਗਤ ਜਾਣਦਾ ਅਸੀਂ ਵੀ ਮੁਰੀਦ ਹਾਂ, ਸਾਡਾ ਪੀਰ ਹੈ। ਗੱਲ ਇੱਕੋ ਹੀ ਆ, ਗੁਰੂ ਤੇ ਸਿੱਖ ਕਹੋ ਤੇ ਜਾਂ ਮੁਰਸ਼ਿਦ ਮੁਰੀਦ ਕਹੋ। ਕਹਿੰਦੇ ਸਾਡੇ ਪੀਰ, ਅਸੀਂ ਵੀ ਗੁਰੂ ਦੇ ਸਿੱਖ ਮੁਰੀਦ ਹਾਂ। ਆਖਰ ਕੋ ਦਰਸ਼ਨ ਇਹ ਕਾਲਾ, ਦੇਖੋ ਹੁਣ ਇਸ ਸਮੇਂ ਅਖੀਰਲਾ ਦਰਸ਼ਨ ਗੁਰੂ ਨਾਨਕ ਸਾਹਿਬ ਦਾ। ਹਮ ਕੋ ਕਰਨੇ ਦੇਹੋ ਕਿਰਪਾਲਾ, ਤੇ ਇਸ ਵਾਸਤੇ ਸਾਡੇ ਤੇ ਕਿਰਪਾ ਕਰੋ ਤੇ ਸਾਨੂੰ ਅਖੀਰਲਾ ਦਰਸ਼ਨ ਕਰ ਲੈਣ ਦਿਓ ਮਹਾਰਾਜ ਦਾ। ਉਤੇ ਦੂਰ ਸੁਧ ਸੁਨ ਕਰ ਆਏ, ਦੇਖੋ ਸਾਨੂੰ ਬਹੁਤ ਦੂਰ ਸੀ ਅਸੀਂ, ਸਾਨੂੰ ਖਬਰ ਮਿਲੀ ਹੈ ਤੇ ਅਸੀਂ ਉਦੋਂ ਚੱਲ ਕੇ ਆ ਗਏ। ਅਬ ਨਿਰਾਸ਼ ਹਮ ਕਿਉ ਕਰ ਜਾਏ, ਤੇ ਅਸੀਂ ਨਿਰਾਸ਼ ਹੋ ਕੇ ਕਿਉਂ ਮੁੜੀਏ, ਹੁਣ ਦਰਸ਼ਨ ਕਰਾਂਗੇ ਮੇਰੇ ਸਤਿਗੁਰਾਂ ਦਾ। ਭਨਿਓ ਸਿੱਖ ਅਸ ਹੱਠ ਨਹਿ ਕਰੀਏ, ਸਿੱਖਾਂ ਨੇ ਉਸ ਵੇਲੇ ਕਿਹਾ ਵੀ ਤੁਸੀਂ ਇਹੋ ਜਿਹਾ ਹੱਠ ਨਾ ਕਰੋ, ਹੁਣ ਦਰਸ਼ਨ ਕਰਨ ਸਮਾਂ ਨਾ ਵਿਚਾਰੀਏ, ਹੁਣ ਵਿਚਾਰ ਲਓ, ਮਹਾਰਾਜ ਦੇ ਦਰਸ਼ਨ ਕਰਨ ਦਾ ਸਮਾਂ ਨਹੀਂ ਹੈ। ਤੁਮ ਜੇ ਅਗੇਰੇ ਆਵਤ ਤੂਰਨ, ਜੇ ਛੇਤੀ ਤੁਸੀਂ ਥੋੜਾ ਪਹਿਲਾਂ ਆ ਜਾਂਦੇ ਤਾਂ ਕਰ ਲੇਤੇ ਦਰਸ਼ਨ ਗੁਰ ਪੂਰਨ, ਪੂਰਨ ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਦਰਸ਼ਨ ਕਰ ਲੈਂਦੇ ਪਿਆਰ ਪੂਰਵਕ। ਅਬ ਬੰਧਨ ਕਰ ਲਿਓ ਇਸ ਥਾਈ, ਹੁਣ ਏਦਾਂ ਕਰੋ ਤੁਸੀਂ ਇੱਥੋਂ ਹੀ ਗੁਰੂ ਪਾਤਸ਼ਾਹ ਨੂੰ ਨਮਸਕਾਰ ਕਰੋ। ਦੋਖ ਨਿਕੰਦਨ ਹੈ ਸਭ ਜਾਈ, ਤੇ ਦੁੱਖਾਂ ਨੂੰ ਦੂਰ ਕਰਨ ਵਾਲੇ ਧੰਨ ਮੇਰੇ ਗੁਰੂ ਨਾਨਕ ਸਾਹਿਬ ਸਾਰੇ ਥਾਵਾਂ ਤੇ ਹੀ ਹਨ। ਹਮਰੋ ਬਚਨ ਮਾਨ ਤੁਮ ਲੀਜੈ, ਤੇ ਹੁਣ ਸਾਡੀ ਸੰਗਤ ਰੂਪ ਵਿੱਚ ਬੇਨਤੀ ਪ੍ਰਵਾਨ ਕਰ ਲਓ ਤੁਸੀਂ ਵੀ। ਨੀਕੇ ਹਿਰਦੇ ਵਿਚਾਰ ਕਰੀ ਭਲੀ ਪ੍ਰਕਾਰ ਮਨ ਚ ਵਿਚਾਰ ਕਰ ਲਓ ਜੀ ਆਪ। ਖਾਨ ਕਹੇ ਹਮ ਮੰਨਹਿ ਨਾਹੀ, ਉਹ ਖਾਨ ਲੋਕ ਉਹਨਾਂ ਦੇ ਵਿਚਰਦਾ ਸੀ, ਕਹਿੰਦੇ ਵੀ ਅਸੀਂ ਨਹੀਂ ਏਦਾਂ ਮੰਨਦੇ, ਜਿੰਨਾ ਚਿਰ ਅਸੀਂ ਨਹੀਂ ਦਰਸ਼ਨ ਕਰੇ ਸਾਡਾ ਮਨ ਨੂੰ ਠੰਡ ਕਿੱਦਾਂ ਪਾਊ। ਏਤੀ ਬਾਤ ਬਨਾਵਹੁ ਕਾਹੀ, ਇੰਨੀਆਂ ਗੱਲਾਂ ਕਾਹਨੂੰ ਬਣਾਉਂਦੇ ਹੋ, ਸਾਨੂੰ ਦਰਸ਼ਨ ਕਰ ਲੈਣ ਦਿਓ ਮਹਾਰਾਜ ਦੇ। ਹੋ ਢਿਗ ਦਰਸ ਹੋ ਜਿਉ ਤੁਮ ਨੀਕੇ, ਜਿੱਦਾਂ ਭਲੀ ਪ੍ਰਕਾਰ ਤੁਸੀਂ ਮਹਾਰਾਜ ਦੇ ਕੋਲ ਬੈਠ ਦਰਸ਼ਨ ਕੀਤੇ ਨੇ, ਅਸੀਂ ਮਹਾਰਾਜ ਦੇ ਦਰਸ਼ਨ ਕਰ ਲਈਏ। ਤਿਉ ਹਮ ਜਾਮਹਿ ਪੀਰ ਨਜੀਕੇ, ਆਪਣਾ ਪੀਰ ਜੀ ਦੇ ਕੋਲ ਜਾ ਕਰਕੇ ਨੇੜੇ ਅਸੀਂ ਦਰਸ਼ਨ ਕਰ ਲਈਏ। ਸਾਂਝੇ ਹਿੰਦੂ ਤੁਰਕਨ ਕੇਰੇ, ਗੁਰੂ ਨਾਨਕ ਤਾਂ ਕਹਿੰਦੇ ਮੁਸਲਮਾਨਾਂ ਹਿੰਦੂਆਂ ਸਭ ਦੇ ਸਾਂਝੇ ਨੇ, ਇਹ ਸਾਰਿਆਂ ਦੇ ਸਾਂਝੇ। ਜਾਹਰ ਪੀਰ ਜਗਤ ਗੁਰੂ ਬਾਬਾ ਜੀ ਹਨ। ਸਿੱਖ ਸਮਾਨ ਮੁਰੀਦ ਕਨੇਰੇ, ਜਿਸ ਤਰ੍ਹਾਂ ਤੁਸੀਂ ਸਿੱਖ ਹੋ ਗੁਰੂ ਦੇ, ਇਸੇ ਤਰ੍ਹਾਂ ਅਸੀਂ ਵੀ ਬਹੁਤ ਸਾਰੇ ਮਰੀਦ ਹਾਂ ਗੁਰੂ ਨਾਨਕ ਪੀਰ ਦੇ। ਅਹੈ ਪੱਖ ਜੇ ਹਿੰਦੂਨ ਤੁਰਕਾ, ਇਹ ਜਿਹੜੇ ਦੋਨੋਂ ਹੀ ਪੱਖ ਹਿੰਦੂਆਂ ਤੇ ਮੁਸਲਮਾਨਾਂ ਦੇ ਹਨ ਦੋ। ਦੋਨੋਂ ਕੋ ਖੋਵਨ ਮਤ ਗੁਰ ਕਾ, ਤੇ ਗੁਰੂ ਦਾ ਮਤਾ ਇਹ ਹੈ ਵੀ ਦੋਨਾਂ ਨੂੰ ਗਵਾਉਣਾ ਤੇ ਇੱਕ ਬਣਾ ਦੇਣਾ ਹੈ। ਇਕ ਤੋ ਖਾਨਨ ਕੋ ਬਲ ਭਾਰੀ, ਇੱਕ ਤਾਂ ਖਾਨ ਲੋਕ ਭਾਈ ਸੂਰਮੇ ਸਨ,
ਸੋ ਵੀਰ ਰਸੀਏ ਸਨ, ਸ਼ਸਤਰ ਧਾਰੀ ਸਨ। ਦੂਜੇ ਸਾਚੀ ਗਿਰਾ ਉਚਾਰੀ। ਤੇ ਗੱਲ ਵੀ ਉਹਨਾਂ ਸੱਚ ਕੀਤੀ ਹੈ, ਸੱਚਾ ਪਿਆਰ ਹੈ, ਸਾਡਾ ਪੀਰ ਆ, ਵੀ ਦਰਸ਼ਨ ਅਸੀਂ ਕਰਨੇ ਨੇ। ਹਟਤ ਨਹੀਂ ਬਹੁ ਰਹੇ ਹਟਾਈ। ਤੋ ਬਥੇਰੀ ਬੇਨਤੀ ਕੀਤੀ ਵੀ ਗੁਰੂ ਸਾਹਿਬ ਦਾ ਹੁਕਮ ਹੈ, ਸਾਡੇ ਕੋਲ ਕੋਈ ਨਾ ਆਵੇ, ਪਰ ਕਹਿੰਦੇ ਹੁਣ ਉਹ ਰੁਕਦੇ ਨਹੀਂ ਹਨ। ਸ਼ਾਸਤਰ ਗਹੇ ਤਬ ਹਿੰਦਨ ਜਾਈ। ਜਦੋਂ ਉਹਨਾਂ ਨੇ ਸ਼ਸਤਰ ਧਾਰੀਆਂ ਨੇ ਨਹੀਂ ਗੱਲ ਮੰਨੀ, ਤਾਂ ਕਹਿੰਦੇ ਹਿੰਦੂਆਂ ਸਿੱਖਾਂ ਨੇ ਵੀ ਸ਼ਸਤਰ ਕੱਢ ਲਏ, ਉੱਥੇ ਲੈ ਆਏ ਹਨ। ਪਰਿਓ ਸਬਨ ਮਹਿ ਰੌਰਾ ਭਾਰੀ। ਬੜਾ ਭਾਰੀ ਰੌਲਾ ਪੈ ਗਿਆ ਜਿਸ ਵੇਲੇ ਉਹ ਕਹਿਣ ਪਈ ਅਸੀਂ ਦਰਸ਼ਨ ਕਰਨੇ, ਚੱਕੋ ਕਨਾ, ਤੋਂ ਕਹਿੰਦੇ ਨਹੀਂ ਚੱਕਣ ਦੇ। ਐਦਾਂ ਜਿਹਾ ਰੌਲਾ ਪਿਆ, ਕੋਈ ਨਾ ਕਿਸ ਕੀ ਸੁਨੇ ਪੁਕਾਰੀ। ਹੋਰ ਇਤਨਾ ਕੋਈ ਕਿਸੇ ਦੀ ਪੁਕਾਰ ਨਹੀਂ ਸੁਣਦਾ, ਇਹੋ ਜੀ ਗੱਲ ਬਣ ਗਈ। ਸ੍ਰੀ ਗੁਰ ਤਨ ਕੇ ਪਾਸ ਜੇ ਦਾਸਾ। ਜਿਹੜੇ ਸੇਵਕ ਮੇਰੇ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਨ, ਮਹਾਰਾਜ ਦੇ ਮੁਖੀ ਸੇਵਕ ਬਾਬਾ ਬੁੱਢਾ ਸਾਹਿਬ ਜੀ, ਭਾਈ ਸਧਾਰਨ ਜੀ ਹੋਣੀ, ਭਾਈ ਭਗੀਰਥ ਜੀ ਹੋਣੀ, ਇਸ ਪ੍ਰਕਾਰ ਇਹ ਮਹਾਰਾਜ ਦੇ ਮੁਖੀ ਸੇਵਕ ਸਨ, ਹਰ ਵੇਲੇ ਸੇਵਾ ਕਰਦੇ ਸਨ। ਸਰੋਨ ਕੁਲਾਹਲ ਸੁਨ ਚਹੁ ਆਸਾ। ਚਾਰ ਚਫੇਰੇ ਜਦੋਂ ਇੰਨਾ ਸ਼ੋਰ ਮਚਿਆ ਸੁਣਿਆ ਉਹਨਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਬੈਠਿਆਂ। ਨਿਕਸੇ ਤੁਰਤ ਬਲੋਕਨ ਤਾਈ। ਉਹ ਕਹਿੰਦੇ ਗੁਰੂ ਸਾਹਿਬ ਦੇ ਸਰੀਰ ਕੋਲੋਂ ਉਹਨਾਂ ਲੋਕਾਂ ਦਾ ਸ਼ੋਰ ਵੇਖਣ ਵਾਸਤੇ ਤੇ ਉਹ ਉੱਥੋਂ ਮਹਾਰਾਜ ਦੇ ਸਰੀਰ ਕੋਲੋਂ ਬਾਹਰ ਆ ਗਏ ਹਨ। ਰਹੀ ਇਕਾਂਕੀ ਦੇਹ ਗੁਸਾਈ। ਸਵਾਮੀ ਸਤਿਗੁਰੂ ਨਾਨਕ ਸਾਹਿਬ ਦਾ ਸਰੀਰ ਕੱਲਾ ਰਹਿ ਗਿਆ ਜਿਸ ਵੇਲੇ। ਅੰਤਰ ਧਿਆਨ ਭਈ ਤਿਹ ਕਾਲਾ। ਮੇਰੇ ਗੁਰੂ ਨਾਨਕ ਝਗੜਾ ਹੀ ਮੁਕਾਤਾ, ਮਹਾਰਾਜ ਨੇ ਸਰੀਰ ਹੀ ਅਲੋਪ ਕਰ ਲਿਆ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ। ਪਰ ਇਹ ਪਹਿਲੀ ਵਾਰ ਨਹੀਂ, ਜਦੋਂ ਇਸ ਅਚਲ ਸਾਹਿਬ ਜਦੋਂ ਸਿੱਧਾ ਨੇ ਗੁਰੂ ਨਾਨਕ ਪਾਤਸ਼ਾਹ ਨਾਲ ਚਰਚਾ ਕੀਤੀ ਤੇ ਕਿਹਾ ਸੀ ਮਹਾਰਾਜ ਅਸੀਂ ਲੋਕਦਿਆਂ ਤੁਸੀਂ ਲੱਭੋ, ਤੇ ਤੁਸੀਂ ਲੋਕੋ ਤੇ ਅਸੀਂ ਲੱਭਾਂਗੇ। ਸਿੱਧ ਲੋਕੇ ਤੇ ਲੱਭ ਲਏ, ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਰ ਠੀਕ ਆ, ਹੁਣ ਤੁਸੀਂ ਲੋਕੋ ਅਸੀਂ ਲੱਭਾਂ। ਕਹਿੰਦੇ ਜੇ ਨਾ ਲੱਭੇ ਤੇ ਅਰਦਾਸ ਕਰ। ਮਹਾਰਾਜ ਨੇ ਤੱਤਾਂ 'ਚ ਤੱਤ ਮਿਲਾ ਤੇ ਜੋਤ 'ਚ ਜੋਤ ਮਿਲਾ ਦਿੱਤੀ, ਲੱਭਦੇ ਰਹੇ। ਹਾਰ ਹੰਬ ਕਰਕੇ ਜਦੋਂ ਅਰਦਾਸ ਕੀਤੀ ਮਹਾਰਾਜ ਪ੍ਰਗਟ ਹੋ। ਜਦੋਂ ਵੇਈ ਵਿੱਚ ਚੁੰਬਾ ਮਾਰਿਆ ਮੇਰੇ ਸਤਿਗੁਰੂ, ਉਦੋਂ ਵੀ ਅਲੋਪ ਕੀਤਾ ਸੀ, ਤੇ ਹੁਣ ਵੀ ਅਖੀਰਲੇ ਸਮੇਂ ਮਹਾਰਾਜ ਨੇ ਆਪਣਾ ਸਰੂਪ ਅਲੋਪ ਕਰ ਦਿੱਤਾ। ਇੱਥੇ ਕਈ ਸਾਡੇ ਸਿਆਣੇ ਸਿਆਣੇ ਬੰਦੇ ਵੀ ਉਹ ਆਪਣੀਆਂ ਦਲੀਲਾਂ ਦਿੰਦੇ ਨੇ, ਭਈ ਗੱਲ ਗੁਰੂ ਦੀ ਲੋੜ ਹੈ, ਸਾਨੂੰ ਕੀ ਲੋੜ ਆਪਣੀਆਂ ਦਲੀਲਾਂ ਘੜਨ ਦੀ। ਜੀ ਗੁਰੂ ਸਾਹਿਬ ਨੇ ਸਾਨੂੰ ਜੀਵਨ ਜਿਵੇਂ ਸਿਖਾਇਆ, ਮਰਨਾ ਵੀ ਸਿਖਾਉਣਾ ਸੀ, ਐਸਾ ਨਹੀਂ। ਜੋ ਮੇਰੇ ਗੁਰੂ ਪਾਤਸ਼ਾਹ ਜੀ ਕਰਦੇ ਨੇ, ਸਮਰੱਥ ਨੇ, ਸੁਤੰਤਰ ਹਨ। ਗੁਰੂ ਨਾਨਕ ਸਾਹਿਬ ਨੇ ਸਰੀਰ ਅਲੋਪ ਕਰ ਲਿਆ ਹੈ। ਸਰਬ ਚੁਕਾਵਨ ਝਗਰ ਵਿਸਾਲਾ। ਸਾਰਾ ਹੀ ਝਗੜਾ ਦੂਰ ਕਰ ਦਿੱਤਾ ਮੇਰੇ ਸਤਿਗੁਰੂ ਨੇ, ਇਹ ਖੇਲ ਵਰਤਾ ਦਿੱਤਾ ਹੈ। ਵਾਹਰ ਦੁਹ ਮਹਿਬਾਦ ਮਹਾਨਾ। ਬਾਹਰ ਦੋਨਾਂ ਪੱਖਾਂ ਵਿੱਚ ਬੜਾ ਝਗੜਾ ਸੀ। ਚੜ ਬਿਵਾਨ ਪਰ ਕਿਰਪਾ ਨਿਧਾਨਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਆਪਣਾ ਸਰੀਰ ਦੇ ਸਮੇਤ ਹੀ ਬਿਵਾਨ ਤੇ ਅਸਵਾਰ ਹੋ ਕਰਕੇ ਚੱਲੇ ਸੱਚਖੰਡ ਨੂੰ। ਗਮਨ ਕੀਨ ਊਰਦ ਕੀ ਓਰਾ। ਤੇ ਉੱਪਰ ਵੱਲ ਨੂੰ ਮੇਰੇ ਸਤਿਗੁਰੂ ਪਾਤਸ਼ਾਹ ਚੱਲ ਪਏ ਬਿਵਾਨ ਤੇ ਸਵਾਰ ਹੋ ਕੇ। ਜੈ ਜੈ ਸ਼ਬਦ ਸੁਰਨ ਮਹਿ ਸ਼ੋਰਾ। ਇੱਧਰ ਤਾਂ ਸ਼ੋਰ ਮਚਿਆ ਗੁਰੂ ਨਾਨਕ ਦੇ ਵਿਛੋੜੇ ਦਾ, ਤੇ ਉਧਰ ਗੁਰੂ ਨਾਨਕ ਦੇ ਆਗਮਨ ਦੀ ਖੁਸ਼ੀ ਜਿਹੜੀ ਹੈ ਸਭ ਦੇਵ ਮੰਡਲ ਵਿੱਚ ਹੋਈ ਹੈ। ਸੁਰ ਤਰ ਪੁਸ਼ਪਾ ਜਲ ਜੁਲ ਬਰਖਾਵਹਿ। ਇਸ ਪ੍ਰਕਾਰ ਜਿਹੜਾ ਸੁਰਤਰ ਹੈ ਦੇਵ ਤਰੋਵਰ ਹੈ, ਸਵਰਗ ਦਾ ਬ੍ਰਿਛ, ਉਸ ਦੇ ਫੁੱਲ ਗੁਰੂ ਤੇ ਵਰਖਾ ਕਰਦੇ ਹਨ। ਚੌਰ ਚਮਰ ਚਹੁ ਦਿਸਨ ਟੁਰਾਵਹਿ। ਤੇ ਸਤਿਗੁਰੂ ਜੀ ਦੇ ਸੀਸ ਤੇ ਦੇਵਤੇ ਲੋਕ ਚੌਰ ਕਰਦੇ ਨੇ, ਬ੍ਰਹਮਾ ਵਿਸ਼ਨੂੰ ਆਦਿਕ ਜਿਹੜੇ ਦੁਨੀਆ ਉਹਨਾਂ ਨੂੰ ਭਗਵਾਨ ਮੰਨਦੀ ਹੈ, ਤੇ ਗੁਰੂ ਨਾਨਕ ਸਮਰੱਥ ਦੇ ਚੌਰ ਬਰਦਾਰ ਬਣੇ ਨੇ। ਬ੍ਰਹਮਾਦਿਕ ਚੰਦਨ ਚਰ ਚਾਹੀ। ਬ੍ਰਹਮਾ ਜੀ ਕਹਿੰਦੇ ਅੱਗੇ ਚੰਦਨ ਸੁਗੰਧੀ ਛਿੜਕ ਰਹੇ ਹਨ। ਕਰਹਿ ਆਰਤੀ ਸੰਖ ਬਜਾਹੀ। ਸੰਖ ਵਜਾਉਂਦੇ ਨੇ, ਆਰਤੀ ਕਰਦੇ ਨੇ, ਖੁਸ਼ੀ ਮਨਾਉਂਦੇ ਨੇ। ਸੱਚਖੰਡ ਨੂੰ ਜਾ ਰਹੇ ਗੁਰੂ ਨਾਨਕ ਸਾਹਿਬ ਜੀ। ਆਪਸ ਅਪਸ਼ਰ ਕਰਹਿ ਨਿਰਤ ਅਗਾਰੀ। ਅਪਸ਼ਰਾਂ ਜਿਹੜੀਆਂ ਇਸ ਪਰ ਦੇਵਤਿਆਂ ਦੀਆਂ ਦੇਵੀਆਂ ਨੇ, ਇਸ ਪ੍ਰਕਾਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਦੀਆਂ ਦੇਵੀਆਂ ਉਹ ਅੱਗੇ ਨਿਰਤਕਾਰੀ ਕਰਦੀਆਂ ਨੇ, ਖੁਸ਼ੀ ਪ੍ਰਗਟ ਕਰ ਰਹੀਆਂ ਹਨ। ਗੰਧਰਵ ਗਾਵਹਿ ਧੁਨ ਸੁਖਕਾਰੀ। ਇਹ ਜਿਹੜੇ ਸਵਰਗ ਵਿੱਚ ਰਾਗ ਕਰਨ ਵਾਲੇ ਉਹ ਗੰਧਰਵ ਨੇ, ਉਹ ਮਹਾਰਾਜ ਦੇ ਮੂਹਰੇ ਮੂਹਰੇ ਰਾਗ ਕਰਦੇ, ਕੀਰਤਨ ਗਾਉਂਦੇ ਜਾ ਰਹੇ ਨੇ। ਰਾਗਾਂ ਦੇ ਪ੍ਰੇਮੀ ਹਨ ਨਾ ਗੁਰੂ ਸਾਹਿਬ ਜੀ। ਚੱਲੇ ਆਕਾਸ਼ ਪੰਥ ਅਸ ਜਾਵਹਿ। ਮੇਰੇ ਸਤਿਗੁਰੂ ਜੀ ਆਕਾਸ਼ ਮੰਡਲ ਦੇ ਵਿੱਚ ਆਕਾਸ਼ ਦੇ ਰਸਤੇ ਇਉਂ ਜਾ ਰਹੇ ਨੇ ਸੱਚਖੰਡ ਨੂੰ। ਅਤ ਉਤਸਵ ਕਰ ਆਨੰਦ ਵਡਾਵਹਿ। ਬੜਾ ਭਾਰੀ ਉਤਸ਼ਾਹ ਕਰਦੇ ਹੋਏ ਦੇਵਤੇ ਆਨੰਦ ਖੁਸ਼ੀ ਵਧਾਉਂਦੇ ਹਨ। ਦੋਹਰਾ ਹੁਤੀ ਸਖਤ ਜਿਹ ਲੱਗ ਜਿਸ ਹੈ। ਜਿੱਥੋਂ ਤੱਕ ਕਿਸੇ ਦੀ ਸ਼ਕਤੀ ਸੀ ਦੇਵੀ ਦੇਵਤਿਆਂ ਦੀ, ਸ੍ਰੀ ਨਾਨਕ ਪਹੁੰਚਾਏ। ਉੱਥੋਂ ਤੱਕ ਗੁਰੂ ਨਾਨਕ ਸਾਹਿਬ ਨੂੰ ਪਹੁੰਚਾ ਕਰਕੇ ਉੱਥੇ ਰੁਕ ਗਏ ਨੇ, ਕਿਉਂਕਿ ਸੱਚਖੰਡ ਤੱਕ ਤੇ ਜਾ ਨਹੀਂ ਸਕਦੇ ਹਨ। ਜਿੱਥੇ ਜਿੱਥੇ ਕਿਸੇ ਦੀ ਪੂਰੀ ਸੀ ਸ਼ਕਤੀ ਸੀ ਉੱਥੋਂ ਤੱਕ ਰੁਕਦੇ ਹਨ। ਹਟੇ ਸੰਗ ਤੇ ਦੇਵ ਸਭ। ਸਾਰੇ ਦੇਵਤੇ ਆਪੋ ਆਪਣੀਆਂ ਪੁਰੀਆਂ ਤੱਕ ਪੁੱਜ ਕਰਕੇ ਹਟ ਗਏ ਗੁਰੂ ਨਾਨਕ ਨਾਲੋਂ। ਚਰਨਨ ਸੀਸ ਨਿਵਾਏ। ਤੇ ਸਭਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸੀਸ ਨਿਵਾਇਆ ਹੈ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹਦੇ ਸੰਬੰਧ ਵਿੱਚ, ਸੱਚਖੰਡ ਦੇ ਸੰਬੰਧ ਵਿੱਚ ਜੇ ਵਿਚਾਰ ਪ੍ਰਾਪਤ ਕਰਦੇ ਆ ਆਪਾਂ,
ਬੁੱਧੀ ਮੰਡਲ ਦੇ ਵਿੱਚ ਤਾਂ ਇਹੋ ਕੁਛ ਹੀ ਕਿਹਾ ਜਾ ਸਕਦਾ ਹੈ ਕਿ ਮਹਾਰਾਜ ਸੱਚਖੰਡ ਉੱਪਰ ਗਾਏ ਨੇ, ਪਰ ਗੁਰੂ ਨਾਨਕ ਦੀ ਰਚਨਾ ਵਿੱਚ ਤੱਕੀਏ ਤੇ ਸੱਚਖੰਡ ਕੈਸਾ ਹੈ। ਹੁਣ ਆਮ ਤੇ ਜੇ ਅਗਰ ਅਸੀਂ ਇਵੇਂ ਸਮਝੀਏ ਭਾਈ ਉੱਪਰ ਆਕਾਸ਼ ਮੰਡਲ ਗਿਆ ਤੇ ਉੱਪਰ ਕਿਤੇ ਸੱਚਖੰਡ ਹੈ, ਉਹ ਤੇ ਫਿਰ ਇੱਕ ਦੇਸ਼ ਬਣ ਗਿਆ। ਤੇ ਗੁਰੂ ਪਾਤਸ਼ਾਹ ਨੇ ਤੇ ਮੱਕਾ ਸ਼ਰੀਫ ਚਰਨਾਂ ਨਾਲ ਘੁਮਾ ਦਿੱਤਾ ਸੀ, ਉਹ ਇੱਕ ਦੇਸ਼ੀ ਨਹੀਂ ਹੈ। ਸੱਚਖੰਡ ਕਿਆ ਹੈ? ਜਦੋਂ ਸੱਚਖੰਡ ਵਸੇ ਨਿਰੰਕਾਰ ਦੀ ਪੌੜੀ ਦੀ ਵਿਚਾਰ ਕਰੀਏ ਤੇ ਉਦੋਂ ਪਤਾ ਲੱਗਦਾ ਹੈ ਕਿ ਜਿਹੜਾ ਨਾ ਸੱਚਖੰਡ ਮਹਾਰਾਜ ਦਾ ਮਹਾਨ ਵਿਸਥਾਰ ਹੈ ਤੇ ਉਸ ਦੇ ਵਿੱਚ ਅਨੇਕਾਂ ਹੀ ਲੋਕ ਨੇ। ਰੋਮ ਰੋਮ ਕੋਟ ਬ੍ਰਹਮਾਂਡ ਕੋ ਨਿਵਾਸ, ਕਹਿੰਦੇ ਉਸ ਮਾਲਕ ਜੀ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੰਡ ਨੇ। ਭਾਵ ਕਿ ਇਸ ਬ੍ਰਹਮੰਡ ਦੇ ਅੰਦਰ ਸੱਚਖੰਡ ਨਹੀਂ ਹੈ, ਸੱਚਖੰਡ ਵਿੱਚ ਅਨੇਕਾਂ ਬ੍ਰਹਮੰਡ ਨੇ। ਇਸ ਵਾਸਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਪਾਰ ਸਰਬ ਵਿਆਪਕ ਸੱਚਖੰਡ ਦੇ ਵਾਸੀ ਹਨ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ, ਸੱਚਖੰਡ ਪਿਆਨਾ ਕੀਤਾ ਹੈ। ਤੇ ਇਸ ਪ੍ਰਕਾਰ ਸੋ ਇਹ ਅਖੀਰਲਾ ਪ੍ਰਸੰਗ ਹੈ ਸਾਹਿਬ ਗੁਰੂ ਨਾਨਕ ਸਾਹਿਬ ਦੇ ਜੀਵਨ ਦਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਸੱਚਖੰਡ ਗਏ ਨੇ, ਅਜੇ ਅੱਗੇ ਵੀ ਮਹਿਮਾ ਹੈ, ਉਹ ਵਰਣਨ ਕਰਨਗੇ। ਸੱਚਖੰਡ ਸ੍ਰੀ ਗੁਰ ਗਏ, ਧੰਨ ਮੇਰੇ ਸਤਿਗੁਰੂ ਸੱਚਖੰਡ ਵਿੱਚ ਗਏ ਹਨ। ਕੀਨ ਤਹਾਂ ਬਿਸਰਾਮ, ਉੱਥੇ ਜਾ ਕੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਵਿਸ਼ਰਾਮ ਕੀਤਾ ਹੈ। ਭੂਤਲ ਮਹਿ ਜੈਸੇ ਭਈ, ਭੂਤਲ ਹੈ ਧਰਤੀ ਦੇ ਤਲੇ ਤੇ ਜੋ ਫਿਰ ਮਗਰੋਂ ਹੋਈ ਹੈ। ਸੁਨਹੁ ਕਥਾ ਸੁਖ ਧਾਮ, ਉਹ ਸੁੱਖਾਂ ਦੀ ਦਾਤੀ, ਸੁੱਖਾਂ ਦਾ ਘਰ ਰੂਪ ਕਥਾ ਕਹਿੰਦੇ ਨੇ ਸਰੋਤੇ ਜਨੋ ਸਰਵਣ ਕਰੋ। ਇਉਂ ਕਹਿੰਦੇ ਨੇ ਗੁਰੂ ਪਾਤਸ਼ਾਹ ਸੱਚਖੰਡ ਗਏ ਨੇ ਤੇ ਮੇਰੇ ਸਤਿਗੁਰੂ ਪਾਤਸ਼ਾਹ ਇਸ ਮਾਤ ਲੋਕ ਦੀ ਧਰਤੀ ਤੇ ਜੋ ਮਗਰੋਂ ਸੰਗਤਾਂ ਵਿੱਚ ਵਾਤਾਵਰਣ ਹੋਇਆ ਹੈ ਉਸ ਦਾ ਕਹਿੰਦੇ ਭਾਈ ਬਿਆਨ ਬਾਅਦ ਵਿੱਚ ਕਰਦੇ ਆ। ਤੁਸੀਂ ਸਮਾਂ ਇਜਾਜ਼ਤ ਨਹੀਂ ਦਿੰਦਾ, ਗੁਰੂ ਬਖਸ਼ਿਸ਼ ਕਰਨ, ਰਹਿਮਤ ਕਰਨ। ਅਖੀਰਲਾ ਧਿਆਏ ਜਿਹੜਾ ਇਹ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਦਾ। ਇਸ ਤੋਂ ਅੱਗੋਂ ਜਿਹੜਾ ਹੈ ਸੂਝ ਪ੍ਰਕਾਸ਼ ਦੂਜੇ ਪਾਤਸ਼ਾਹ ਦੀ ਕਥਾ ਜਿਹੜੀ ਆਰੰਭ ਹੋਵੇਗੀ। ਧੰਨ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਗੁਰੂ ਚਰਨਾਂ ਦੇ ਵਿੱਚ ਸਾਡਾ ਪ੍ਰੇਮ ਜਾਗੇ, ਗੁਰੂ ਦਾ ਉਪਦੇਸ਼ ਹਿਰਦੇ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹੱਥ ਵਿਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਂ ਸੁਣੀਆਂ, ਯਹੋਵਾ ਸਾਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਸੱਚਖੰਡ ਸ੍ਰੀ ਗੁਰ ਗਏ, ਕੀਨ ਤਹਾਂ ਬਿਸਰਾਮ, ਭੂਤਲ ਮਹਿ ਜੈਸੇ ਭਈ, ਸੁਨਹੁ ਕਥਾ ਸੁਖ ਧਾਮ।